ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਅਸੀਂ ਚਰਚਾ ਕਰਾਂਗੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ। ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਬੇਹੱਦ ਸੰਜੀਦਾ ਵਿਸ਼ਾ ਹੈ, ਇਨਸਾਨੀਅਤ ਪੂਰੀ ਇਨਸਾਨੀਅਤ ਦੇ ਨਾਲ ਜੁੜਾ ਹੋਇਆ ਉਹ ਵਿਸ਼ਾ ਹੈ ਜਿਹੜਾ ਕਿ ਇੰਡੀਆ ਦੇ ਵਿੱਚ ਜਿਸ ਸਿਸਟਮ ਦੇ ਉੱਤੇ ਬੈਨ ਲੱਗਾ ਹੋਇਆ ਉਹ ਸਿਸਟਮ ਅੱਜ ਸਾਡੇ ਤੇ ਹਾਵੀ ਹੋ ਰਿਹਾ ਤੇ ਸਾਡੇ ਉੱਤੇ ਅਜਿਹਾ ਖਾਣ ਪੀਣ ਦੀਆਂ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ ਜਿਹਦੇ ਨਾਲ ਸਾਡਾ ਸਰੀਰ ਬਿਮਾਰ ਹੋ ਰਿਹਾ। ਬਿਮਾਰੀਆਂ ਦੇ ਜ਼ਿਆਦਾਤਰ ਕਾਰਨਾਂ ਦੇ ਵਿੱਚੋਂ ਨਿਕਲ ਕੇ ਉਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਅਸੀਂ ਬੜੀ ਖੁਸ਼ੀ ਦੇ ਨਾਲ ਤੇ ਬੜੇ ਇੱਕ ਚਾਅ ਦੇ ਨਾਲ ਤੇ ਬੜੇ ਲੱਭ ਕੇ ਉਹ ਚੀਜ਼ਾਂ ਖਾ ਰਹੇ ਹਾਂ ਵੀ ਇਹ ਚੀਜ਼ ਖਾਣੀ ਹੈ, ਜਦ ਕਿ ਉਹਦੇ ਪਿੱਛੇ ਦੇ ਜੇਕਰ ਕਾਰਨ ਪਤਾ ਲੱਗਣਗੇ, ਬਣਾਉਣ ਦੇ ਸਿਸਟਮ ਪਤਾ ਲੱਗੇਗਾ ਤਾਂ ਫਿਰ ਬੰਦੇ ਦੀ ਰੂਹ ਤੱਕ ਕੰਬ ਜਾਂਦੀ ਹੈ। ਕੀ ਨੇ ਉਹ ਅਜਿਹੇ ਉਹਦੇ ਪਿੱਛੇ ਦੇ ਕਾਰਨ, ਕਿਸ ਵਿਸ਼ੇ ਦੇ ਅਸੀਂ ਚਰਚਾ ਕਰਨ ਜਾ ਰਹੇ ਹਾਂ। ਆਪਾਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਸਵਾਗਤ ਕਰਨ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਬੜਾ ਗੰਭੀਰ ਵਿਸ਼ਾ ਕੱਢ ਕੇ ਲਿਆਂਦਾ ਤੇ ਆਪਾਂ ਆਫ ਦੀ ਕੈਮਰਾ ਬੜੀ ਲੰਬੀ ਡਿਸਕਸ਼ਨ ਕਰਨ ਤੋਂ ਬਾਅਦ ਆਪਾਂ ਇੱਥੇ ਬੈਠੇ ਹਾਂ। ਦਰਸ਼ਕਾਂ ਨੂੰ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਉਹ ਵਿਸ਼ਾ ਸੀਗਾ ਵੀ ਜਿਹੜਾ ਹਾਂ ਨਾ ਕਰੀਏ ਨਾ ਕਰੀਏ ਤੇ ਫਿਰ ਅੰਤ 'ਚ ਨਿਕਲ ਕੇ ਆਇਆ ਵੀ ਨਹੀਂ, ਇਹਦੀ ਜਾਣਕਾਰੀ ਜਨਤਾ ਨੂੰ, ਲੋਕਾਂ ਨੂੰ, ਸੰਗਤ ਨੂੰ ਹੋਣੀ ਚਾਹੀਦੀ ਹੈ। ਤੇ ਫਿਰ ਸ਼ੁਰੂ ਕਰੋ, ਦੱਸੋ ਵੀ ਜਿਹੜਾ GMO ਕੀ ਹੁੰਦਾ? GMO ਮੀਨਸ ਜੈਨੇਟਿਕਲੀ ਮੋਡੀਫਾਈਡ ਜਿਹੜੀਆਂ ਕ੍ਰੋਪਸ ਨੇ ਔਰ ਜਿਹੜੀਆਂ ਵੈਜੀਟੇਬਲਸ ਔਰ ਫਰੂਟਸ ਨੇ। ਇਹਨੂੰ ਆਪਾਂ ਸਿੰਪਲ ਕਰਕੇ ਦਰਸ਼ਕਾਂ ਦੇ ਅੱਗੇ ਰੱਖਾਂਗੇ ਕਿਉਂਕਿ ਟੈਕਨੀਕਲੀ ਲੈਂਗੁਏਜ ਦੇ ਵਿੱਚ ਇਹਦੇ ਉੱਤੇ ਬਹੁਤ ਸਾਰੀਆਂ ਵੀਡੀਓ ਬਹੁਤ ਮਿਲ ਜਾਂਦੀਆਂ ਨੇ, ਲੇਕਿਨ ਆਪਣਾ ਉਦੇਸ਼ ਹਮੇਸ਼ਾ ਹੀ ਰਿਹਾ ਕਿ ਆਪਾਂ ਰੀਜਨਲ ਲੈਂਗੁਏਜ ਦੇ ਵਿੱਚ ਜਿਹੜੀ ਖੇਤਰੀ ਭਾਸ਼ਾ ਹੈ, ਕਿਉਂਕਿ ਸਮਝ ਖੇਤਰੀ ਭਾਸ਼ਾ ਦੀ ਵਿੱਚ ਲੋਕਾਂ ਨੂੰ ਜ਼ਿਆਦਾ ਆ ਜਾਂਦੀ ਹੈ। ਨਾਲੇ ਸਿੰਪਲ ਕਰਕੇ ਦੱਸੀਏ ਤਾਂ ਹੋਰ ਹੈ, ਆਪਾਂ ਵਿੱਚ ਟੈਕਨੀਕਲ ਲੈਂਗੁਏਜ ਤੇ ਉਹਦੇ 'ਚ ਆંકੜੇ ਪਾਈਏ ਉਹ ਨਹੀਂ ਗੱਲ ਬਣ। ਹਾਂ, ਮਕਸਦ ਇਹ ਹੁੰਦੀ ਹੈ ਕਿ ਮਕਸਦ ਇਹੀ ਹੁੰਦਾ ਹੈ ਕਿ ਜੋ ਆਪਾਂ ਬੋਲੀਏ ਉਹ ਲੋਕਾਂ ਦੇ ਜੀਵਨ 'ਚ ਉਤਰੇ ਉਹ ਚੀਜ਼ਾਂ ਔਰ ਉਹਨਾਂ ਦੀ ਸਮਝ ਦੇ ਵਿੱਚ ਵੀ ਉਤਰਨ ਅਤੇ ਉਹਨਾਂ ਨੂੰ ਲੱਗੇ ਕਿ ਹਾਂ ਉਹਨਾਂ ਨੇ ਕੁਝ ਸੁਣਿਆ ਅਤੇ ਉਹਦੀ ਸਮਝ ਆਈ ਹੈ। ਠੀਕ ਹੈ, ਤਾਂ ਉਹਦੇ ਵਿੱਚ ਇਹ ਜੈਨੇਟਿਕਲੀ ਮੋਡੀਫਾਈਡ ਦਾ ਮਤਲਬ ਜਿਹਦੀ ਜੀਨਸ ਨੂੰ ਬਦਲ ਦੇਣਾ, DNA ਨੂੰ ਚੇਂਜ ਕਰ ਦੇਣਾ। ਆਪਾਂ ਅਕਸਰ ਇੱਕ ਡਿਸਕਸ਼ਨ ਵੀ ਕਰਦੇ ਹਾਂ ਔਰ ਬਹੁਤ ਸਾਰੀ ਸੀਰੀਅਲ ਔਰ ਮੂਵੀਜ਼ ਦੇ ਵਿੱਚ ਦੇਖਦੇ ਹਾਂ ਕਿ ਇੱਕ ਮਰਡਰ ਹੋ ਜਾਂਦਾ ਹੈ ਔਰ ਉਸ ਮਰਡਰ ਦਾ ਜਦੋਂ ਉਹਦਾ ਮਰਡਰ ਨੂੰ ਲੱਭਿਆ ਜਾਂਦਾ ਹੈ ਤਾਂ ਉਹਦੇ ਫਿੰਗਰਪ੍ਰਿੰਟਸ ਔਰ ਇਹਨਾਂ ਸਾਰਿਆਂ ਤੋਂ ਫੋਲੋ ਕੀਤਾ ਜਾਂਦਾ ਹੈ। ਔਰ ਸਾਡੀ ਜਿਹੜੀ ਬਾਡੀ ਹੈਗੀ ਆ, ਆਪਾਂ ਜਿੱਥੇ ਵੀ ਹੱਥ ਲਗਾਉਂਦੇ ਹਾਂ, ਜਿੱਥੇ ਵੀ ਬੈਠਦੇ ਹਾਂ, ਉੱਥੇ 2% DNA ਛੱਡ ਜਾਂਦੀ ਹੈ। ਠੀਕ ਹੈ, ਤਾਂ DNA ਤੋਂ ਹੀ ਸਾਨੂੰ ਇਹ ਪਛਾਣ ਹੁੰਦੀ ਹੈ ਕਿ ਸਾਡਾ ਜਨਰੇਸ਼ਨ ਵਾਈਜ਼ ਸਾਡੇ ਰਿਲੇਸ਼ਨ ਕਿਹਦੇ ਨਾਲ, ਖੂਨ ਦੇ ਰਿਲੇਸ਼ਨ ਨੇ, ਬਲੱਡ ਰਿਲੇਸ਼ਨ ਨੇ, ਉਹ DNA ਨਾਲ ਹੀ ਆਪਾਂ ਵੈਰੀਫਾਈ ਕਰਦੇ ਹੈਗੇ ਹਾਂ। ਠੀਕ ਹੈ, ਤਾਂ ਔਰ DNA ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਜਨਰੇਸ਼ਨ ਵਾਈਜ਼ ਤੁਹਾਡੇ ਪੀੜ੍ਹੀ ਦਰ ਪੀੜ੍ਹੀ ਤੁਹਾਡੀ ਕੱਦ ਕਾਠੀ, ਤੁਹਾਡਾ ਸੁਭਾਅ, ਤੁਸੀਂ ਕਿਹੜੇ ਪਰਿਵਾਰ ਨੂੰ ਬਿਲੋਂਗ ਕਰਦੇ ਹੋ, ਤੁਹਾਡੇ ਬਲੱਡ ਦੇ, ਇਹ ਸਾਰਾ ਜੀਨਸ ਹੀ ਡਿਜ਼ਾਈਨ ਕਰਦੇ ਨੇ। ਔਰ ਜੀਨਸ ਨੂੰ ਦੇ ਨਾਲ ਛੇੜਖਾਨੀ ਕਰਨਾ, ਇਹ ਇਸੇ ਨੂੰ ਇਹੀ ਇੱਕ ਟੈਕਨੀਕ ਨੂੰ ਡਿਜ਼ਾਈਨ ਕੀਤਾ ਗਿਆ। ਇਸੇ ਨੂੰ GMO ਪ੍ਰੋਡਕਟਸ ਬੋਲ ਦਿੰਦੇ ਨੇ, GMO ਜਿਹੜੀਆਂ ਫਸਲਾਂ ਬੋਲ ਦਿੰਦੇ ਨੇ। ਔਰ ਇਸ ਇੰਜੀਨੀਅਰਿੰਗ ਦੀ ਜਿਹੜੀ ਖੋਜ ਹੈ GMO ਦੇ ਉੱਪਰ, ਉਹ ਸਭ ਤੋਂ ਪਹਿਲਾਂ 1973 ਦੇ ਵਿੱਚ ਕੀਤੀ ਗਈ ਸੀ। ਠੀਕ ਹੈ, ਜਿਹਦੇ ਵਿੱਚ 2 ਸਾਇੰਸਦਾਨ ਹੋਏ ਨੇ, ਹਾਰਬਰਟ ਬਾਇਰ ਔਰ ਸਟੈਨਲੇ ਕੋਹਨ। ਇਹ ਦੋਨਾਂ ਨੇ ਇਹਦੇ ਉੱਪਰ ਇੱਕ ਰਿਸਰਚ ਕੀਤੀ ਔਰ ਉਸ ਚੀਜ਼ ਤੱਕ ਇਹ ਪਹੁੰਚੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਫਸਲਾਂ ਦੀ ਪੈਦਾਵਾਰ, ਕਿਸ ਤਰੀਕੇ ਦੇ ਨਾਲ ਅਸੀਂ ਫਲਾਂ ਦੀ ਪੈਦਾਵਾਰ, ਕਿਸ ਤਰੀਕੇ ਦੇ ਨਾਲ ਅਸੀਂ ਸਬਜ਼ੀਆਂ ਦੀ ਪੈਦਾਵਾਰ ਵਧਾ ਸਕੀਏ। ਉਹਨਾਂ ਦੀ ਖੋਜ ਪਿੱਛੇ ਜੋ ਉਹ ਵਜ੍ਹਾ ਦੱਸਦੇ ਨੇ ਉਹ ਇਹੀ ਦੱਸਦੇ ਨੇ ਕਿਉਂਕਿ ਜਦੋਂ 80 ਔਰ 90 ਦੇ ਦਸ਼ਕ ਦੇ ਵਿੱਚ, ਔਰ ਆਈ ਥਿੰਕ ਦਰਸ਼ਕਾਂ ਨੂੰ ਵੀ ਸੁਣ ਕੇ ਹੈਰਾਨਗੀ ਹੋਏਗੀ, 80 ਔਰ 90 ਦੇ ਦਸ਼ਕ 'ਚ ਪੂਰੇ ਵਿਸ਼ਵ ਦੀ ਆਬਾਦੀ 1.5 ਅਰਬ ਸੀ। ਅੱਜ ਜਿਹੜੀ 6 ਅਰਬ ਤੋਂ ਉੱਪਰ, 7 ਅਰਬ ਨੂੰ ਕ੍ਰਾਸ ਕਰ ਗਈ ਹੈ। ਠੀਕ ਹੈ ਜੀ, ਅੱਜ 2021 'ਚ ਆਪਾਂ ਬੈਠੇ ਹਾਂ ਔਰ ਕਰੀਬ 30 ਸਾਲ ਦੇ ਵਿੱਚ ਹੀ ਇਹ 7 ਅਰਬ ਹੋ ਗਈ ਹੈ। ਠੀਕ ਹੈ, ਤਾਂ ਉਸ ਟਾਈਮ 'ਤੇ ਜਦੋਂ 1.5 ਅਰਬ ਸੀ ਪੂਰੇ ਵਿਸ਼ਵ ਦੀ ਆਬਾਦੀ, ਤਾਂ ਉਹਦੀ ਖਾਣ ਪੀਣ ਦੀਆਂ ਚੀਜ਼ਾਂ ਦੀ ਨੂੰ ਕਿਵੇਂ ਪੂਰਾ ਕੀਤਾ ਜਾਏ, ਘੱਟ ਜ਼ਮੀਨ ਤੋਂ ਜ਼ਿਆਦਾ ਪੈਦਾਵਾਰ ਕਿਵੇਂ ਲਈ ਜਾਵੇ, ਔਰ ਫਸਲਾਂ ਨੂੰ ਜਿਹੜੀ ਬਿਮਾਰੀਆਂ ਬਹੁਤ ਘੱਟ ਲੱਗਣ, ਇਹਨਾਂ ਸਾਰਿਆਂ ਦਾ ਉਹ ਕਹਿੰਦੇ ਸੀ ਹੱਲ ਲੱਭਿਆ। ਉਹਨਾਂ ਦਾ ਜੋ ਕਹਿਣਾ ਸੀ, ਕਹਿੰਦੇ ਸੀ ਹੱਲ ਲੱਭਿਆ
ਤਾਂ ਉਹ ਹੈਗਾ GMO ਪ੍ਰੋਡਕਟਸ, GMO ਕ੍ਰੋਪਸ ਔਰ ਵੈਜੀਟੇਬਲ ਫਰੂਟਸ। ਠੀਕ ਆ, ਕਹਿੰਦੇ ਇਹਨਾਂ ਦੇ ਵਿੱਚ ਇਸ ਚੀਜ਼ ਦਾ ਹੱਲ ਆ, ਕਿਉਂਕਿ ਕਹਿੰਦੇ ਇਹਨਾਂ ਸਬਜ਼ੀਆਂ ਦੀ ਇੱਕ ਤਾਂ ਪੈਦਾਵਾਰ ਜ਼ਿਆਦਾ ਹੋਏਗੀ ਘੱਟ ਜਗ੍ਹਾ ਤੇ, ਦੂਸਰਾ ਕਹਿੰਦੇ ਜੀ ਇਹਦੇ ਨਾਲ ਬਿਮਾਰੀਆਂ ਇਹਨਾਂ ਸਬਜ਼ੀਆਂ ਨੂੰ ਘੱਟ ਲੱਗਣਗੀਆਂ। ਇਹ ਉਹਨਾਂ ਦੀ ਉਸ ਟਾਈਮ ਦੀ ਡਿਸਕ੍ਰਿਪਸ਼ਨ ਸੀ, ਉਸ ਟਾਈਮ ਦੇ ਉਹਨਾਂ ਦੇ ਬਿਆਨ ਸੀ ਕਿ ਇਸ ਕਰਕੇ ਅਸੀਂ ਇਹਨੂੰ ਲੈ ਕੇ ਆਂਦਾ। ਪਰ ਇਹਦੇ ਜਿਹੜੇ ਸਿੱਟੇ ਨੇ ਉਹ ਬਹੁਤ ਉਲਟ ਨਿਕਲੇ। ਠੀਕ ਹੈ, ਸਿੱਟੇ ਇੰਨੇ ਉਲਟ ਨਿਕਲੇ ਕਿਉਂਕਿ DNA ਨਾਲ ਛੇੜਖਾਨੀ ਹੋਣੀ ਸੀ। GMO ਨੂੰ ਬਹੁਤ ਸਾਰੀਆਂ ਕੰਟਰੀਆਂ ਨੇ ਬੈਨ ਵੀ ਕਰ ਦਿੱਤਾ ਅੱਜ। ਠੀਕ ਹੈ, ਇਹਦੇ ਵਿੱਚ ਸਭ ਤੋਂ ਪਹਿਲਾ ਨੰਬਰ ਯੂਰਪ ਦਾ ਆਉਂਦਾ। ਠੀਕ ਹੈ, ਔਰ ਇਹਨੂੰ ਬੈਨ ਕਰਨ ਦੇ ਪਿੱਛੇ ਉਹਨਾਂ ਦੇ ਉੱਥੋਂ ਦੀ ਜਿਹੜੀ ਹੈਲਥ ਮਿਨਿਸਟਰੀ ਸੀ, ਉੱਥੋਂ ਦੇ ਜਿਹੜੀਆਂ ਜਿਵੇਂ ਕਿ ਯੂਰਪ ਦੀ ਇੱਕ ਜੀਨਸ ਆਰਗੇਨਾਈਜੇਸ਼ਨ, ਜੀਨਸ ਦੇ ਉੱਪਰ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਹੈ, ਉਹਨਾਂ ਨੇ ਆਪਣਾ ਇੱਕ ਜੋ ਰਿਸਰਚ ਸਾਹਮਣੇ ਲੈ ਕੇ ਆਂਦੀ, ਉਹਦੇ ਵਿੱਚ ਉਹਨਾਂ ਨੇ ਚੂਹਿਆਂ ਨੂੰ, ਕਿਉਂਕਿ ਚੂਹਿਆਂ ਦਾ ਜਿਹੜਾ 90% ਕਰੈਕਟਰਿਸਟਿਕਸ ਨੇ ਉਸ ਹਿਊਮਨ ਬੋਡੀ ਨਾਲ ਮੈਚ ਕਰਦੇ ਨੇ, ਤਾਂ ਉਹਨਾਂ ਨੇ ਉਹਦੇ ਉੱਤੇ ਖੋਜ ਕੀਤੀ, ਰਿਸਰਚ ਕੀਤੀ। ਉਹਨਾਂ ਨੂੰ ਇੱਕ ਗਰੁੱਪ ਨੂੰ ਉਹਨਾਂ ਨੇ ਉਹ ਫੂਡ ਦਿੱਤਾ ਜਿਹੜਾ ਕਿ ਨਾਨ GMO ਸੀ, ਮਤਲਬ ਨੈਚੁਰਲ ਸੀ, ਦੂਸਰੇ ਨੂੰ ਉਹ ਦਿੱਤਾ ਜਿਹੜਾ ਕਿ GMO ਸੀ। ਹੁਣ GMO ਔਰ ਦੂਸਰੇ ਦੇ ਵਿੱਚ ਦਰਸ਼ਕਾਂ ਨੂੰ ਹੋਰ ਸਿੰਪਲ ਕਰਦੇ ਹਾਂ, ਇੱਕ ਉਹ ਚੀਜ਼ ਹੈ ਜਿਹੜੀ ਕੁਦਰਤ ਨੇ ਬਣਾਈ ਆ। ਠੀਕ ਆ, ਉਹ ਬੀਜ ਨੇ ਜਿਹੜੇ ਕੁਦਰਤ ਨੇ ਬਣਾਏ ਆ, ਦੂਸਰੇ ਉਹ ਬੀਜ ਆ ਜਿਹੜੇ ਇਨਸਾਨ ਨੇ ਲੈਬ 'ਚ ਬਣਾ ਲਏ ਆਪਣੇ ਫਾਇਦੇ ਲਈ। ਜੈਨੇਟਿਕਲੀ ਮੋਡੀਫਾਈਡ ਆਰਗੇਨਿਜ਼ਮ, ਇਹ ਤਿੰਨ ਚੀਜ਼ਾਂ ਦਰਸ਼ਕਾਂ ਦੀ ਜਾਣਕਾਰੀ ਦੱਸਦੇ ਹਾਂ। ਥੋੜ੍ਹਾ ਜਿਹਾ ਜਿਹੜੀ ਮੈਨੂੰ ਜਾਣਕਾਰੀ ਹੈ, ਥੋੜ੍ਹਾ ਜਿਹਾ ਮੈਂ ਵੀ ਇਹਦੇ ਨਾਲ ਸਾਂਝਾ ਕਰਦੇ ਹਾਂ ਕਿ ਜੈਨੇਟਿਕਲੀ ਮੋਡੀਫਾਈਡ ਆਰਗੇਨਿਜ਼ਮ ਯਾਨੀ ਜੀਨਸ ਨੂੰ ਬਦਲ ਕੇ, ਜੇਕਰ ਇਨਸਾਨ ਦੇ ਜੀਨ ਨਾਲ ਛੇੜਛਾੜ ਕਰਕੇ ਉਸ ਨੂੰ ਬਦਲ ਦਿੱਤਾ ਜਾਵੇ ਤਾਂ ਉਸ ਦਾ ਕੀ ਰੂਪ ਹੋਏਗਾ। ਇਹ ਤੁਸੀਂ ਜਿਹੜੀਆਂ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੇਖ ਚੁੱਕੇ ਹੋ ਵੀ ਕਿਸ ਤਰ੍ਹਾਂ ਜੀਨਸ ਦੇ ਨਾਲ ਛੇੜਛਾੜ ਕਰਕੇ ਇੱਕ ਬੰਦੇ ਤੋਂ ਕੀ ਹੋਰ ਆਦਮਕਦ ਬੰਦਾ ਬਣ ਜਾਂਦਾ, ਬੰਦੇ ਤੋਂ ਜਾਨਵਰ ਬਣ ਜਾਂਦਾ, ਕੁਝ ਹੋਰ ਹੀ ਬਣ ਜਾਂਦਾ। ਉਹ ਜੀਨਸ ਦੇ ਨਾਲ ਛੇੜਛਾੜ ਕੀਤੀ ਗਈ ਹੁੰਦੀ ਆ। ਉਹ ਉਸੇ ਨੂੰ ਜਿਹੜਾ ਇੱਕ ਐਡਵਾਂਸ ਸੋਚ ਦੇ ਨਾਲ ਜਿਹੜੀਆਂ ਉਹ ਵੀਡੀਓ ਬਣਾਈਆਂ ਗਈਆਂ ਨੇ ਵੀ ਅਗਰ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਛੇੜਛਾੜ ਹੋਵੇ ਤਾਂ ਕਿਸ ਤਰ੍ਹਾਂ ਦਾ ਇਨਸਾਨ ਬਣ ਸਕਦਾ। ਤੇ ਇਹ ਜੀਨਸ ਦੇ ਨਾਲ ਛੇੜਛਾੜ ਜਿਹੜੀ ਕਰਕੇ ਫਸਲਾਂ ਦੇ ਨਾਲ ਜਿਹੜੀ ਛੇੜਛਾੜ ਕੀਤੀ ਜਾਂਦੀ ਉਹਦੇ ਨਾਲ ਜੀਨਸ, ਤੇ ਉਹ ਸੋਚੋ ਵੀ ਉਹਦੇ ਅੰਦਰ ਕਿੰਨੇ ਵੱਡੇ ਬਦਲਾਅ ਆਏ ਨੇ। ਤੇ ਆਪਾਂ ਹੁਣ ਡਾਕਟਰ ਸਾਹਿਬ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਦੇ ਵਿੱਚ ਬਦਲਾਅ ਕਰਨ ਦੀ ਲੋੜ ਜਿਹੜੀ ਹੈ ਉਹ ਇਹ ਸੋਚ ਕੇ ਕੀਤੀ ਗਈ ਸੀ ਕਿ ਇਹਨੂੰ ਫਿਊਚਰ ਦੇ ਵਿੱਚ ਜਦੋਂ ਭੋਜਨ ਦੀ ਲੋੜ ਵੱਧ ਪਏਗੀ ਆਬਾਦੀ ਵਧਣ ਤੋਂ ਵੇਲੇ, ਤਾਂ ਉਦੋਂ ਜਿਹੜੀ ਹੈ ਇਹ ਫਸਲਾਂ ਜਿਹੜੀਆਂ ਆਪਾਂ ਨੂੰ ਵੱਧ ਪੈਦਾਵਾਰ ਦੇਣਗੀਆਂ। ਲੇਕਿਨ ਉਹ ਕਿੱਦਾਂ ਵੱਧ ਪੈਦਾਵਾਰ ਦੇਣਗੇ? ਜੀਨਸ ਦੇ ਨਾਲ ਛੇੜਛਾੜ ਕਰਨਗੇ ਤਾਂ ਉਹ ਕਿੱਦਾਂ ਵੱਧ ਪੈਦਾਵਾਰ ਕਰਨੀ ਸ਼ੁਰੂ ਕਰ ਦੇਣਗੇ? ਡਾਕਟਰ ਸਾਹਿਬ, ਕਿੱਦਾਂ ਵੱਧ ਪੈਦਾਵਾਰ ਹੋਣ ਲੱਗ ਜਾਏਗੀ ਇਹਦੇ ਨਾਲ? ਨਹੀਂ, ਅਲਟੀਮੇਟ ਕੀ ਹੁੰਦਾ ਹੈ ਕਿ ਜਿਵੇਂ ਆਪਾਂ ਕੌਰਨ, ਜਿਹਨੂੰ ਮੱਕੀ ਬੋਲ ਦਿੰਦੇ ਹਾਂ, ਜਿਹੜੀ ਮੱਕੀ ਦੇ ਦਾਣੇ ਸੇਮ ਮਿਲਣਗੇ, ਸੇਮ ਸਾਈਜ਼ 'ਚ ਮਿਲਣਗੇ, ਉਹ GMO ਨੇ। ਠੀਕ ਹੈ, ਔਰ ਅੱਜ ਜਿੱਥੇ ਵੀ ਮਾਲ 'ਚ ਵੀ ਜਾਂਦੇ ਹਾਂ, ਆਪਾਂ ਥੀਏਟਰ ਦੇ ਵਿੱਚ ਵੀ ਜਾਂਦੇ ਹਾਂ, ਤਾਂ ਬੜੇ ਸ਼ੌਂਕ ਨਾਲ ਲੋਕ ਉਸ ਚੀਜ਼ ਨੂੰ ਸਵੀਟ ਕੌਰਨ ਜਿਹਨੂੰ ਆਪਾਂ ਕਹਿ ਦਿੰਦੇ, ਮੱਖਣ ਪਾ ਕੇ, ਨਮਕ ਪਾ ਕੇ, ਨਿੰਬੂ ਪਾ ਕੇ ਖਾਂਦੇ ਨੇ, ਉਹ ਸਾਰੇ GMO ਨੇ। ਠੀਕ ਹੈ, ਉਹਨਾਂ ਦਾ ਇਹਦੇ ਪਿੱਛੇ ਪਰਪਸ ਮੇਨ ਇਹੀ ਸੀ ਕਿ ਘੱਟ ਜਗ੍ਹਾ 'ਤੇ ਜ਼ਿਆਦਾ ਪੈਦਾਵਾਰ ਹੋਵੇ। ਠੀਕ ਹੈ, ਔਰ ਬਹੁਤ ਸਾਰੀ ਉਹਨਾਂ ਨੇ ਵੈਰਾਈਟੀ ਕ੍ਰੀਏਟ ਕੀਤੀ। ਕਲਰਫੁਲ ਸਬਜ਼ੀਆਂ ਆ ਗਈਆਂ ਨੇ, ਰੰਗਦਾਰ ਸਬਜ਼ੀਆਂ, ਹਾਂ, ਪੀਲੀ, ਔਰ ਇੱਕ ਪੇਠੇ ਦੀ ਕਿਸਮ ਆਈ ਹੋਈ ਹੈ ਜਿਹਦੇ 'ਚ ਯੈਲੋ ਔਰ ਗ੍ਰੀਨ ਲੰਬਾਈ 'ਚ ਮਿਲਦਾ ਹੈਗਾ, ਲੰਬੇ ਪੇਠੇ, ਉਹ ਸਾਰੇ GMO ਦੇ ਵਿੱਚ ਆਉਂਦੇ ਨੇ। ਹਾਂ, ਕਰੇਲਾ ਔਰ ਜਿੰਨੇ ਵੀ ਹਾਈਬ੍ਰਿਡ ਚੀਜ਼ਾਂ ਨੇ। ਠੀਕ ਆ, ਔਰ ਇਹਨਾਂ ਨੂੰ ਦੇਣ ਦਾ ਮਕਸਦ ਇਹ ਸੀ ਕਿ ਘੱਟ ਸਮੇਂ 'ਚ ਜ਼ਿਆਦਾ, ਔਰ ਘੱਟ ਸਮੇਂ ਔਰ ਘੱਟ ਜਗ੍ਹਾ ਦੇ ਵਿੱਚ ਜ਼ਿਆਦਾ ਪੈਦਾਵਾਰ ਲਈ ਜਾਵੇ। ਜਿਹੜਾ ਖੀਰਾ ਹੈਗਾ ਚਾਈਨੀਜ਼, ਇਹ ਵੀ GMO ਹੈ ਜੀ। GMO ਜਿਹੜੀ ਵੀ ਚੀਜ਼ ਹਾਈਬ੍ਰਿਡ 'ਚ ਆ ਗਈ, ਉਹ ਮੀਨਸ ਉਹ ਹੈ ਕਿ ਉਹ ਨੇਚਰ ਨੇ ਉਹਦਾ ਸੀਡ ਨਹੀਂ ਦਿੱਤਾ ਸੀ, ਉਹ ਇਨਸਾਨ ਨੇ ਬਣਾਇਆ। ਠੀਕ ਹੈ, ਔਰ ਮੈਂ ਗੱਲ ਕਰ ਰਿਹਾ ਸੀ ਇੱਕ ਰਿਸਰਚ ਦੀ, ਰਸ਼ੀਆ ਨੇ ਉਹਦੇ ਉੱਤੇ ਰਿਸਰਚ ਕੀਤੀ 2010 ਦੇ ਵਿੱਚ, ਜਿਹੜੇ ਮੈਂ ਚੂਹਿਆਂ ਦੀ ਗੱਲ ਕੀਤੀ ਆ। ਤਾਂ ਇੱਕ ਗਰੁੱਪ ਨੂੰ ਉਹਨਾਂ ਨੇ ਨੈਚੁਰਲ ਡਾਈਟ ਦਿੱਤੀ, ਇੱਕ ਨੂੰ GMO ਡਾਈਟ ਦਿੱਤੀ। ਜਿਹਨੂੰ GMO ਡਾਈਟ ਦਿੱਤੀ ਆ, ਉਹ ਚੂਹੇ ਉਸ ਤੋਂ ਬਾਅਦ ਨਪੁੰਸਕ ਹੋ ਗਏ। ਅੱਛਾ ਜੀ, ਉਹਨਾਂ ਦੇ ਅੰਦਰ ਬੱਚਾ ਪੈਦਾ ਕਰਨ ਦੇ ਜਿਹੜੇ ਤੱਤ ਸੀ ਉਹ ਕਾਫੀ ਨਾ ਮਾਤਰ ਤੱਕ ਚਲੇ ਗਏ ਸੀ। ਨਪੁੰਸਕ ਹੋ ਗਏ ਚੂਹੇ, ਯਾਨੀ ਕਿ ਜੇਕਰ ਇਨਸਾਨ ਖਾਊਗਾ ਤਾਂ ਫਿਰ ਉਹਦੇ ਤੇ ਵੀ ਉਹੀ ਇਫੈਕਟ ਪਏਗਾ। ਤੇ ਪੰਜਾਬ ਦੇ ਵਿੱਚ ਜਿਹੜੇ ਨਪੁੰਸਕਤਾ ਵੱਧ ਰਹੀ ਉਹਦੇ ਪਿੱਛੇ ਵੀ ਇਹੀ ਕਾਰਨ ਹੈ। ਡੈਫੀਨੇਟਲੀ ਜਰਨਲ, ਬਹੁਤ ਸਾਰੇ ਮੈਡੀਕਲ ਜਰਨਲ ਪ੍ਰਿੰਟ ਨੇ, ਔਰ ਇਹ ਮੈਂ ਜੋ ਤੁਹਾਡੇ ਅੱਗੇ ਗੱਲ ਰੱਖ ਰਿਹਾ 2010 ਦੇ ਵਿੱਚ, ਜੁਲਾਈ 2010 ਰਸ਼ੀਅਨ ਅਕੈਡਮੀ ਆਫ ਜੀਨਸ ਰਿਸਰਚ ਸੈਂਟਰ ਆ ਉਹਨਾਂ ਦਾ, ਉੱਥੇ ਇਹਨਾਂ ਨੇ ਰਿਸਰਚ ਕੀਤੀ ਹੈ ਇਹਦੇ ਉੱਪਰ। ਆਲਰੇਡੀ ਇਹ ਗੂਗਲ ਦੇ ਉੱਪਰ ਪਈਆਂ ਨੇ ਸਾਰੀਆਂ ਚੀਜ਼ਾਂ ਨੂੰ ਫਾਈਂਡ ਆਊਟ ਕਰਕੇ ਆਪਾਂ ਗੂਗਲ ਕਰ ਸਕਦੇ ਹਾਂ, ਦੇਖ ਸਕਦੇ ਹਾਂ, ਪੜ੍ਹ ਸਕਦੇ ਹੈਗੇ ਆ, ਔਰ ਉਹੀ ਡਾਟਾ ਆਪਾਂ ਦਰਸ਼ਕਾਂ ਅੱਗੇ ਰੱਖ ਰਹੇ ਹੈਗੇ। ਸੋ ਚੂਹਿਆਂ ਦੇ ਉੱਪਰ, ਕਿਉਂਕਿ ਚੂਹਿਆਂ ਦਾ 90% ਜਿਹੜਾ ਕਰੈਕਟਰਿਸਟਿਕ
ਕੈਰੈਕਟਰਿਸਟਿਕਸ ਨੇ ਉਹ ਸਾਡੇ ਹਿਊਮਨ ਬੋਡੀ ਦੇ ਨਾਲ ਦੇ ਮੈਚ ਕਰਦੇ ਨੇ, ਤੇ ਜੇ ਉਹਨਾਂ ਤੇ ਇੰਨਾ ਮਾੜਾ ਅਸਰ ਹੈ ਤਾਂ ਨੈਚੁਰਲੀ ਸਾਡੇ ਇਨਸਾਨਾਂ ਤੇ ਵੀ ਮਾੜਾ ਅਸਰ ਹੈਗਾ। ਜਿਹੜੀ ਲੇਡੀਜ਼ ਨੇ ਉਹਨਾਂ 'ਚ ਇਨਫਰਟੀਲਿਟੀ ਵੱਧ ਗਈ ਤੇ ਜਿਹੜੇ ਮੇਲ ਨੇ ਉਹਨਾਂ 'ਚ ਇੰਪੋਟੈਂਸੀ ਵੱਧ ਗਈ। ਇੰਪੋਰਟੈਂਸੀ ਵੱਧ ਗਈ। ਇੱਕ ਚੀਜ਼ ਹੋਰ, 2 ਕੈਟਾਗਰੀ ਨਵੀਆਂ ਸੁਸਾਇਟੀ 'ਚ ਐਡ ਹੋਈਆਂ ਨੇ, ਇੱਕ ਗੇਜ਼ ਔਰ ਇੱਕ ਲੈਸਬੀਅਨ। ਔਰ ਇਹ ਦੋਨੋਂ ਕੈਟਾਗਰੀਜ਼ ਨੂੰ ਇਹਨੂੰ ਸਿੰਪਲ ਕਰਕੇ ਦੱਸ ਦਈਏ ਕਿ ਜਿਹੜੇ ਲੜਕੀਆਂ ਨੇ ਉਹ ਲੜਕੇ ਬਣ ਰਹੇ ਨੇ, ਜਿਹੜੇ ਲੜਕੇ ਨੇ ਉਹ ਲੜਕੀਆਂ ਬਣ ਰਹੇ ਨੇ। ਅਟਰੈਕਸ਼ਨ ਜਿਹੜੀ ਹੈ ਲੜਕੀ ਦੀ ਲੜਕੀ ਕਨੀ ਹੁੰਦੀ ਜਾ ਰਹੀ, ਜਾਂ ਲੜਕੇ ਦੀ ਲੜਕੇ ਕਨੀ ਹੋਣੀ, ਉਹਦੇ ਪਿੱਛੇ ਵੀ ਇਹੀ ਕਾਰਨ ਹੈ। ਜੀ ਹਾਰਮੋਨਸ ਦੇ ਅੰਦਰ ਬਹੁਤ ਸਾਰਾ ਬਦਲਾਅ ਆ ਰਿਹਾ। ਜਿਹੜੇ ਲਿੰਫੈਟਿਕ ਚੇਂਜਸ ਨੇ ਸਾਡੀ ਬਾਡੀ ਦੇ ਵਿੱਚ, ਰਸ ਪ੍ਰਣਾਲੀ ਦੇ, ਉਹ ਬੜੀ ਤੇਜ਼ੀ ਨਾਲ ਆਏ ਨੇ, ਚੇਂਜ ਹੋ ਰਹੇ ਨੇ। ਠੀਕ ਹੈ, ਤਾਂ ਉਹਦੇ ਪਿੱਛੇ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਇਹਨੇ ਜਦੋਂ ਅੰਦਰੋਂ ਜੀਨਸ ਬਦਲ ਗਿਆ, DNA ਨੂੰ ਹੀ ਬਦਲ ਦਿੱਤਾ ਗਿਆ, ਤਾਂ ਸਭ ਕੁਝ ਚੇਂਜ ਹੋ ਗਿਆ ਨਾ। ਠੀਕ ਹੈ, ਬਿਲਕੁਲ ਉਹੀ ਗੱਲ ਜਿਹੜੀ ਮੈਂ ਕਹਿ ਰਿਹਾ ਵੀ ਅੱਗੇ ਇਨਸਾਨ ਦਾ ਕੀ ਬਣ ਸਕਦਾ ਜੋ ਜੀਨ ਨਾਲ ਛੇੜਛਾੜ ਹੋਏਗੀ, ਤੇ ਇਹ ਫਿਰ ਬਣਨਾ ਸ਼ੁਰੂ ਹੋ ਗਿਆ। ਓਬਵੀਅਸਲੀ ਹੈ। ਔਰ ਬਹੁਤ ਸਾਰੇ ਨਵੇਂ ਇਸ ਤਰ੍ਹਾਂ ਦੇ ਬਾਜ਼ਾਰ ਦੇ ਵਿੱਚ ਸਬਜ਼ੀਆਂ ਦੇ ਰੂਪ 'ਚ ਔਰ ਫਰੂਟਸ ਦੇ ਰੂਪ ਦੇ ਵਿੱਚ ਚੀਜ਼ਾਂ ਨੂੰ ਇੰਟਰੋਡਿਊਸ ਕਰਵਾਇਆ ਗਿਆ। ਜਿਵੇਂ ਕਿ ਅੱਛਾ, ਇਨਸਾਨ ਕਹਿੰਦਾ ਜੀ ਮੈਂ ਸ਼ਾਕਾਹਾਰੀ ਹਾਂ ਜੀ, ਮੈਂ ਵੈਜੀਟੇਰੀਅਨ ਹਾਂ, ਮੈਂ ਨਾਨ ਵੈਜ ਕੁਛ ਨਹੀਂ ਖਾਂਦਾ ਹੈਗਾ। ਠੀਕ ਹੈ, ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਤੂੰ ਨਾਨ ਵੈਜ ਨਹੀਂ ਖਾਂਦਾ ਤਾਂ ਖਵਾ ਲੈਂਦੇ ਹਾਂ। ਫਿਰ ਉਹਨਾਂ ਨੇ ਟਮਾਟਰ ਦੇ ਵਿੱਚ ਮੱਛੀ ਪਾਈ। ਟਮਾਟਰ 'ਚ ਮੱਛੀ? ਜੀ। ਇਹ ਕਿੱਦਾਂ? ਟਮਾਟਰ ਦੇ ਅੰਦਰ ਮੱਛੀ ਦੇ ਜੀਨਸ ਪਾਏ ਗਏ ਨੇ। ਜੀਨਸ ਪਾਤੇ ਉਹਦੇ 'ਚ? ਉਹ ਕਿੱਦਾਂ? ਜੀਨਸ ਪਾਏ ਗਏ ਨੇ। ਔਰ ਬੈਂਗਣ ਦੇ ਅੰਦਰ ਜਿਹੜਾ BT ਬੈਂਗਣ ਆਇਆ ਹੈਗਾ, ਜੋ ਜਨਰਲ ਹੁਣ ਤੱਕ ਦੇ ਆਏ ਨੇ, ਜੋ ਉਹਦੇ 'ਤੇ ਰਿਸਰਚ ਹੋ ਚੁੱਕੀਆਂ ਨੇ। ਯੂਰਪ ਨੇ ਇਹਨੂੰ ਬੈਨ ਕਿਉਂ ਕੀਤਾ? ਅਗਰ ਉਹਨਾਂ ਸਾਰੀਆਂ ਵਜ੍ਹਾ ਨੂੰ ਪੜ੍ਹਿਆ ਜਾਵੇ ਤਾਂ ਉੱਥੋਂ ਇਹ ਪਤਾ ਲੱਗਾ ਕਿ ਜਿਹੜਾ BT ਬੈਂਗਣ ਆਇਆ ਉਹਦੇ 'ਚ ਬਿੱਛੂ ਦੇ ਨੇ, ਪਿੱਛੂ ਦੇ ਜਿਹੜੇ ਕਿ ਪਾਏ ਗਏ। ਤਾਂ ਇਸ ਤਰ੍ਹਾਂ ਦੀਆਂ ਹੋਰ ਇਸ ਜੋ ਵੀ ਡਾਟਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਪਹਿਲੀ ਚੀਜ਼ ਮੇਰਾ ਕੋਈ ਇੰਡੀਵਿਜੂਅਲੀ ਨਹੀਂ ਹੈਗਾ, ਸਾਰਾ ਕੁਝ ਗੂਗਲ ਤੇ ਪਿਆ ਹੋਇਆ, ਔਨ ਰਿਕਾਰਡ ਹੈ ਡਾਟਾ। ਤਾਂ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ, ਯੂਰਪ ਦੀਆਂ ਬਹੁਤ ਸਾਰੀਆਂ, ਕਿਉਂਕਿ ਯੂਰਪ ਪਹਿਲਾ ਉਹ ਹਿੱਸਾ ਸੀ ਜਿਨੇ GMO ਪ੍ਰੋਡਕਟਸ ਨੂੰ ਬੈਨ ਕੀਤਾ, ਇਹਦੀਆਂ ਫਸਲਾਂ ਨੂੰ, ਸੀਡਸ ਨੂੰ ਬੈਨ ਕੀਤਾ। ਹਾਂ, ਇਹ ਕੋਈ ਕੰਮ ਸੌਖਾ ਨਹੀਂ ਸੀ। ਜੈਫਰੀ M ਸਮਿਥ ਹੋਏ ਨੇ ਉੱਥੋਂ ਦੇ ਇੱਕ ਸਾਇੰਟਿਸਟ। ਜੈਫਰੀ M ਸਮਿਥ ਕੀ, ਉਹ ਇੱਕ ਪੈਸਟੀਸਾਈਡ ਕੰਪਨੀ ਦਾ ਸਾਇੰਟਿਸਟ ਸੀ। ਤਾਂ ਉਸ ਇਨਸਾਨ ਨੇ ਸੇਮ ਉਹ ਚੀਜ਼ਾਂ ਉਹ ਕਰ ਵੀ ਰਿਹਾ ਸੀ ਔਰ ਉਹਦੇ ਸਾਹਮਣੇ ਹੋ ਵੀ ਰਿਹਾ ਸੀ, ਕਿਉਂਕਿ ਸਾਰੇ ਲੋਕਾਂ ਦੇ ਜ਼ਮੀਰ ਮਰੇ ਨਹੀਂ ਹੁੰਦੇ। ਤਾਂ ਉਸ ਇਨਸਾਨ ਦਾ ਜ਼ਮੀਰ ਜਾਗਦਾ ਸੀ। ਉਹਨੇ ਜਦੋਂ ਅੱਖੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਵਿਗਿਆਨਿਕ ਸਮੇਂ ਦੇ ਵਿੱਚ ਟੈਕਨੋਲੋਜੀ ਦਾ ਮਿਸਯੂਜ਼ ਕੀਤਾ ਜਾ ਰਿਹਾ, ਔਰ ਟੈਕਨੋਲੋਜੀ ਦਾ ਮਿਸਯੂਜ਼ ਕਰਨ ਤੋਂ ਬਾਅਦ ਬਹੁਤ ਸਾਰੀ ਛੇੜਖਾਨੀ ਕੀਤੀ ਜਾ ਰਹੀ ਹੈ ਸੀਡਸ ਦੇ ਨਾਲ। ਔਰ ਉਹਨੇ ਉਸ ਚੀਜ਼, ਕਿਉਂਕਿ ਸਾਇੰਟਿਸਟ ਸੀ, ਡੂੰਘੀ ਸੋਚ ਰੱਖਣ ਵਾਲਾ ਇਨਸਾਨ ਸੀ, ਤਾਂ ਉਹਨੇ ਉਸ ਚੀਜ਼ ਨੂੰ ਜਦੋਂ ਕੈਲਕੂਲੇਟ ਕੀਤਾ, ਐਨਾਲਾਈਜ਼ ਕੀਤਾ ਕਿ ਇਸ ਤਰੀਕੇ ਦੇ ਨਾਲ ਤਾਂ ਇਨਸਾਨੀਅਤ ਖਤਮ ਹੋ ਜਾਏਗੀ, ਜ਼ਮੀਨਾਂ ਬੰਜਰ ਹੋ ਜਾਣਗੀਆਂ ਔਰ ਦੁਨੀਆ ਦੇ ਅੰਦਰ ਤਬਾਹੀ ਮਚ ਜਾਏਗੀ। ਤਾਂ ਉਹਨੇ ਉਸ ਚੀਜ਼ ਨੂੰ ਦਾ ਪਹਿਲਾਂ ਤਾਂ ਆਪਣੀ ਸੰਸਥਾ ਦੇ ਵਿੱਚ ਜਿੱਥੇ ਉਹ ਕਰ ਰਿਹਾ ਸੀ ਉੱਥੇ ਉਹਦੀ ਗੱਲ ਰੱਖੀ, ਉਹਦਾ ਵਿਰੋਧ ਹੋਇਆ। ਅੱਛਾ, ਉਹਨਾਂ ਨੇ ਡਰਾਇਆ, ਧਮਕਾਇਆ, ਨਾ ਹੋਇਆ ਤਾਂ ਉਹਨੂੰ ਉੱਥੋਂ ਫਾਇਰ ਕਰ ਦਿੱਤਾ, ਕੱਢ ਦਿੱਤਾ ਗਿਆ। ਠੀਕ ਆ, ਉਸ ਤੋਂ ਲੇਕਿਨ ਉਹ ਫਿਰ ਹਟਿਆ ਨਹੀਂ, ਫਿਰ ਉਹਨੇ ਲੋਕਾਂ ਦੇ ਗੱਲਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਉਹਨੇ ਫਿਰ ਬਹੁਤ ਸਾਰੀਆਂ ਬੁੱਕਸ ਲਿਖੀਆਂ। ਠੀਕ ਆ, ਫਿਰ ਮੀਡੀਆ ਦੇ ਵਿੱਚ ਗੱਲਾਂ ਲਿਆਂਦੀਆਂ। ਹਾਂ, ਬਹੁਤ ਕੁਛ ਹੋਇਆ ਉਸ ਇਨਸਾਨ ਨਾਲ, ਬਹੁਤ ਕੁਛ, ਲੇਕਿਨ ਉਸ ਇੱਕ ਇਨਸਾਨ ਦੀ ਹਿੰਮਤ ਤੇ ਉਸ ਜਿਹੜਾ ਉਹਨੇ ਇੱਕ ਇਨੀਸ਼ੀਏਟਿਵ ਲਿਆ, ਕਦਮ ਲਿਆ ਲੋਕਾਂ ਦੇ ਮਾਨਵਤਾ ਦੇ ਭਲੇ ਦੇ ਲਈ, ਉਹ ਇਹ ਨਿਕਲਿਆ ਕਿ ਵਿਰੋਧ ਹੋਇਆ, ਅੰਦੋਲਨ ਹੋਏ, ਅਖੀਰ ਤੇ ਸਰਕਾਰਾਂ ਨੂੰ ਉਹ GMO ਪ੍ਰੋਡਕਟਸ, ਸੀਡਸ ਔਰ ਜਿਹੜੀਆਂ ਫਸਲਾਂ ਸੀ ਉਹ ਉੱਥੇ ਬੈਨ ਕਰਨੀਆਂ ਪਈਆਂ ਯੂਰਪ ਦੇ ਵਿੱਚ। ਹਾਂ, ਇਸੇ ਕਰਕੇ ਜਿੰਨੇ ਵੀ ਇਹਦੀ ਰਿਸਰਚ ਨੇ ਉਹ ਯੂਰਪੀਅਨ ਨੇ ਸਾਰੀਆਂ, ਔਰ ਯੂਰਪੀਅਨ ਸਰਕਾਰਾਂ ਨੇ ਇਹਨੂੰ ਪ੍ਰਮੋਟ ਵੀ ਕੀਤਾ, ਤਾਂ ਹੀ ਗੂਗਲ ਦੇ ਉੱਪਰ ਆ ਪਾਈਆਂ ਨਾ। ਜੇ ਉਹ ਦਬਾ ਲੈਂਦੀਆਂ ਤਾਂ ਇਹਦਾ ਡਾਟਾ ਹੀ ਨਾ ਬਾਹਰ ਆਉਂਦਾ। ਤਾਂ ਇਸੇ ਕਰਕੇ ਆਪਾਂ ਜਦੋਂ ਇਹਦੇ 'ਤੇ ਗੂਗਲ ਕਰਾਂਗੇ, ਕਾਫੀ ਤਾਂ ਡਾਟਾ ਦਰਸ਼ਕਾਂ ਨੂੰ ਵੀ ਮਿਲੇਗਾ। ਆਪਣਾ ਵੀਡੀਓ ਬਣਾਉਣ ਦਾ ਮਕਸਦ ਇਕੱਲਾ ਇਹ ਨਹੀਂ ਕਿ ਅਸੀਂ ਕੋਈ ਗੂਗਲ ਦਾ ਡਾਟਾ ਸ਼ੇਅਰ ਕਰਨਾ, ਮਕਸਦ ਇਹ ਹੈ ਕਿ ਜੋ ਹੋ ਰਿਹਾ ਹੈ ਉਹਦਾ ਅਸੀਂ ਰੈਫਰੈਂਸ ਦਈਏ। ਟੈਕਨੀਕ ਸਭ ਦੇ ਕੋਲ ਹੈ, ਗੂਗਲ ਸਭ ਦੇ ਕੋਲ ਹੈ, ਪੈਸੇ ਖਰਚੇ ਹੋਏ ਨੇ, ਕਿਸੇ ਕੋਲ 50,000 ਦਾ ਮੋਬਾਈਲ ਹੈ, ਕਿਸੇ ਕੋਲ ਲੱਖ ਦਾ ਮੋਬਾਈਲ, ਉਹਦਾ ਅਸੀਂ ਯੂਜ਼ ਕਰੀਏ, ਅੱਛਾ ਯੂਜ਼ ਕਰੀਏ, ਆਪਣੇ ਪਰਿਵਾਰ, ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਦੇਸ਼ ਲਈ ਅਸੀਂ ਕੋਈ ਨਾ ਕੋਈ ਉਹਦਾ ਦੇਸ਼ ਹਿੱਤ ਕੰਮ ਕਰ ਸਕੀਏ। ਤਾਂ ਅਲਟੀਮੇਟ ਜਦੋਂ ਇਹਦੇ ਬਾਰੇ ਅਸੀਂ ਅਵੇਅਰ ਹੋਵਾਂਗੇ, ਠੀਕ ਆ, ਔਰ ਇਹਦੇ ਰੈਫਰੈਂਸ ਨੂੰ ਲੱਭਾਂਗੇ, ਠੀਕ ਹੈ, ਗੂਗਲ ਕਰਾਂਗੇ, ਕਿਤੋਂ ਵੀ ਰੈਫਰੈਂਸ ਲੱਭਾਂਗੇ, ਤਾਂ ਬਹੁਤ ਸਾਰਾ ਗਿਆਨ ਉਸ ਇਨਸਾਨ ਨੂੰ ਮਿਲ ਜਾਣਾ, ਜਿੰਨਾ ਕਿ ਆਪਾਂ ਵੀਡੀਓ 'ਚ ਦੇ ਨਹੀਂ ਪਾਵਾਂਗੇ। ਤਾਂ ਅਸੀਂ ਆਪਾਂ ਰੈਫਰੈਂਸ ਦੇਣ ਦੀ ਕੋਸ਼ਿਸ਼ ਕਰ ਰਹੇ ਵੀ ਇੰਨਾ ਕੁਛ ਹੋ ਰਿਹਾ ਹੈ। ਕੱਲਾ ਜੇ ਅੱਜ ਕਿਸਾਨੀ ਅੰਦੋਲਨ ਹੋਇਆ ਹੈ
ਤਾਂ ਕੱਲਾ ਉਹ ਅੰਦੋਲਨ ਇਸ ਚੀਜ਼ ਤੇ ਨਹੀਂ ਹੈ ਕਿ ਕਾਰਪੋਰੇਟ ਘਰਾਣੇ ਨੇ ਸਾਡੇ ਖੇਤ ਲੈ ਲੈਣੇ ਨੇ। ਉਹ ਅੰਦੋਲਨ ਇਸ ਚੀਜ਼ ਤੇ ਵੀ ਕਿ ਜਿੱਦਣ ਉਹ ਖੇਤ ਕਾਰਪੋਰੇਟ ਘਰਾਣੇ ਕੋਲ ਚਲੇ ਗਏ ਤਾਂ ਉਹਨਾਂ ਦੀ ਲੈਬਸ ਦੇ ਅੰਦਰ ਮਨ ਮਰਜ਼ੀ ਦੇ DNA ਚੇਂਜ ਕਰਕੇ ਪੈਦਾ ਕਰਨ ਵਾਲੇ ਸੀਡਸ ਵੀ ਔਰ ਕ੍ਰੌਪਸ ਵੀ ਆ ਜਾਣੀਆਂ। ਸਾਡੀ ਮਜਬੂਰੀ ਬਣ ਜਾਣੀ ਖਾਣਾ, ਕਿਉਂਕਿ ਮੰਡੀ 'ਚ ਕੁਝ ਹੋਰ ਮਿਲਣਾ ਨਹੀਂ ਹੈਗਾ। ਤਾਂ ਇਹ ਇੱਕ ਭਿਆਨਕ ਵਿਨਾਸ਼ਕਾਰੀ ਵੀ ਹੋ ਸਕਦਾ ਹੈ, ਠੀਕ ਹੈ, ਕਿਉਂਕਿ ਅਲਟੀਮੇਟ ਜਿੰਨੀਆਂ ਵੀ ਪੈਸਟੀਸਾਈਡ ਇਨਸੈਕਟੀਸਾਈਡ ਜਾਂ ਸੀਡਸ ਬਣਾਉਣ ਵਾਲੀਆਂ ਕੰਪਨੀਆਂ ਨੇ, ਠੀਕ ਹੈ, ਜਿੰਨੀਆਂ ਵੀ ਅੱਜ ਐਜ਼ ਅੱਛੇ ਬ੍ਰਾਂਡ ਦੇ ਰੂਪ 'ਚ ਕੰਮ ਕਰ ਰਹੀਆਂ ਨੇ, ਦਰਸ਼ਕਾਂ ਨੂੰ ਮੇਰੇ ਨਾਲ ਜ਼ਿਆਦਾ ਪਤਾ ਹੋਏਗਾ, ਉਹਨਾਂ ਸਾਰਿਆਂ ਦੀ ਅਗਰ ਬੈਕਗਰਾਊਂਡ ਚੈੱਕ ਕੀਤੀ ਜਾਵੇ ਤਾਂ ਉਹ ਬੈਕਗਰਾਊਂਡ ਉਸ ਸਮੇਂ ਨਾਲ ਜਾ ਕੇ ਮਿਲ ਰਹੀ ਹੈ, ਮੈਚ ਕਰ ਰਹੀ ਹੈ, ਲਿੰਕਡ ਹੋ ਰਹੀ ਹੈ ਜਿਸ ਟਾਈਮ ਸਮੇਂ ਤੇ ਸੈਕਿੰਡ ਵਰਲਡ ਵਾਰ ਹੋਈ ਸੀ। ਹਿਟਲਰ ਦੇ ਟਾਈਮ ਜਿਹੜੀ ਗੈਸ ਚੈਂਬਰ ਬਣੇ ਸੀ, ਉਸ ਗੈਸ ਚੈਂਬਰ ਦੇ ਵਿੱਚ ਗੈਸ ਪਾਸ ਕਰਨ ਵਾਲੀਆਂ ਇਹਨਾਂ ਪੈਸਟੀਸਾਈਡ ਕੰਪਨੀਆਂ ਦੇ ਵਿੱਚ ਕੁਝ ਕੰਪਨੀਆਂ ਨੇ, ਵੱਡੀਆਂ ਕੰਪਨੀਆਂ ਇਹਨਾਂ ਦੇ ਵਿੱਚੋਂ ਹੀ ਕੁਝ ਕੰਪਨੀਆਂ ਨੇ ਜਿਹੜੀਆਂ ਹਿਟਲਰ ਦੇ ਟਾਈਮ ਤੇ ਸੈਕਿੰਡ ਵਰਲਡ ਵਾਰ ਤੇ ਗੈਸ ਚੈਂਬਰ ਦੇ ਵਿੱਚ ਗੈਸ ਨੂੰ ਦੀ ਸਪਲਾਈ ਦਿੰਦੀਆਂ ਸੀ। ਜਿਹੜੇ ਗੈਸ ਚੈਂਬਰਾਂ ਦੇ ਵਿੱਚ ਬੰਦੇ ਜੂਸ ਜਿਹੜੇ ਸੀਗੇ, ਯਹੂਦੀ ਜਿਹੜੇ ਸੀਗੇ, ਉਹਨਾਂ ਨੂੰ ਬੰਦ ਕਰਕੇ ਉਹਨਾਂ 'ਚ ਮਾਰਿਆ ਗਿਆ ਸੀਗਾ ਗੈਸਾਂ ਦੇ ਵਿੱਚ ਜੀ। ਔਰ ਜਿਹਦੀ ਤਾਦਾਦ ਕੋਈ ਹਜ਼ਾਰਾਂ 'ਚ ਨਹੀਂ ਸੀ, ਲੱਖਾਂ 'ਚ ਵੀ ਨਹੀਂ ਸੀ, 1.5 ਤੋਂ 2 ਕਰੋੜ ਯਹੂਦੀ ਮਾਰਿਆ ਗਿਆ ਸੀ। ਉਹੀ ਅੱਜ ਕੰਪਨੀਆਂ ਪੈਸਟੀਸਾਈਡ ਇਨਸੈਕਟੀਸਾਈਡ ਬਣਾ ਕੇ ਬੀਜ ਬਣਾ ਕੇ ਔਰ ਇੰਡੀਆ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਸ਼ੇਅਰ ਖਰੀਦੇ ਹੋਏ ਨੇ ਔਰ ਉਹੀ ਅੱਗੇ ਸਾਡੇ ਖੇਤਾਂ ਨੂੰ ਸਪਲਾਈ ਦੇ ਰਹੇ। ਸਾਨੂੰ ਬਿਲਕੁਲ ਨਹੀਂ ਪਤਾ ਹੈਗਾ ਇਹਦੇ ਬਾਰੇ, ਲੇਕਿਨ ਜਦੋਂ ਹਿਸਟਰੀ ਚੈੱਕ ਕਰੀਏ ਲਿੰਕਡ ਨੇ ਉਹਦੇ ਨਾਲ। ਉਹਨਾਂ 'ਚ ਹੀ ਬਹੁਤ ਸਾਰੀਆਂ ਕੰਪਨੀਆਂ ਲਿੰਕਡ ਨੇ। ਜਿਹੜਾ ਵੀਅਤਨਾਮ ਦੇ ਅੰਦਰ ਵਾਰ ਹੋਈ ਸੀ ਅਮਰੀਕਾ ਦੀ, ਤਾਂ ਉਸ ਟਾਈਮ ਤੇ ਉਹਨਾਂ ਨੇ ਔਰੇਂਜ ਗੈਸ ਬਣਾਈ, ਤਾਂ ਇਹਨਾਂ ਪੈਸਟੀਸਾਈਡ ਕੰਪਨੀਆਂ ਦੇ ਵਿੱਚ ਕੁਝ ਕੰਪਨੀਆਂ ਨੇ ਉਹ ਗੈਸ ਬਣਾ ਕੇ ਦਿੱਤੀ ਵੀ ਜਾ ਕੇ ਫੈਲਾ ਦੇ। ਉਹ ਗੈਸ ਦੇ ਫੈਲਾਅ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋਈ। ਤਾਂ ਇਹ ਜਿਨ੍ਹਾਂ ਦੀ ਬੈਕਗਰਾਊਂਡ ਇਸ ਤਰ੍ਹਾਂ ਦੀ ਹੈ, ਉਹ ਤੁਹਾਨੂੰ ਅੱਛਾ ਬੀਜ ਕਿਵੇਂ ਬਣਾ ਕੇ ਦੇ ਦੇਣਗੇ, ਠੀਕ ਹੈ। ਤਾਂ ਇਹ ਇਕੱਲੀ ਚੀਜ਼ ਔਰ ਜਿਹਨੂੰ ਇਹਦੇ ਉੱਤੇ ਡਾਊਟ ਹੈ ਉਹ ਆਰਾਮ ਨਾਲ ਗੂਗਲ ਕਰੇ, ਬਹੁਤ ਡਾਟਾ ਮਿਲ ਜਾਏਗਾ ਇਹਦੇ ਬਾਰੇ। ਇਹਦੇ ਉੱਤੇ ਮਸਲਾ ਇਹ ਆਪਣਾ ਯੋਗਦਾਨ ਇਹੀ ਹੈ ਕਿ ਅਸੀਂ ਰੈਫਰੈਂਸ ਦੇ ਸਕੀਏ। ਖਾਲੀ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਖਾ ਰਹੇ ਹਾਂ, ਅਸੀਂ ਪੀ ਰਹੇ ਹਾਂ, ਬੱਚਿਆਂ ਨੂੰ ਪੜ੍ਹਾ ਰਹੇ ਹਾਂ ਔਰ ਫੋਰਨ ਭੇਜ ਰਹੇ ਹਾਂ। ਸਰ ਅੱਜ ਪੂਰੇ ਦੇ ਪੂਰੇ ਯੂਰਪ ਦੇ ਅੰਦਰ ਹੁਣ ਕਰੋਨਾ ਕਾਲ ਨਿਕਲਿਆ, ਪੂਰੇ ਕਰੋਨਾ ਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਵਾਲਾ ਏਰੀਆ USA ਰਿਹਾ, ਕੰਟਰੀ ਜਿਹੜੀ USA ਰਹੀ ਹੈ, ਕਿਉਂਕਿ ਸਭ ਤੋਂ ਜ਼ਿਆਦਾ GMO ਦੀ ਕੰਜ਼ੰਪਸ਼ਨ ਉਹਨਾਂ ਕੰਟਰੀਆਂ ਦੇ ਵਿੱਚ ਹੈ। ਇਹ ਨਹੀਂ ਹੈ ਕਿ ਉਹਨਾਂ ਕੰਟਰੀਆਂ ਦੀਆਂ ਕੰਪਨੀਜ਼ ਨੇ ਸਾਡੇ ਦੇਸ਼ਾਂ ਨੂੰ ਹੀ ਦਿੱਤਾ ਸਾਰਾ ਕੁਝ, ਉਹਨਾਂ ਦੇ ਆਪਦੇ ਲੋਕ ਵੀ ਅੱਜ ਉਸੇ ਨਰਕ ਦੇ ਵਿੱਚ ਭੋਗਦੇ ਪਏ ਨੇ। ਹੁਣ GMO ਜਦੋਂ ਸੀਡਸ ਨੂੰ ਉਹਦੀ ਕੋਈ ਆਪਾਂ ਫਸਲ ਦੀ ਕੋਈ ਪੈਦਾਵਾਰ, ਕੋਈ ਵੀ ਆਪਾਂ ਚਾਹੇ ਫਰੂਟ ਹੈ ਚਾਹੇ ਉਹ ਸਬਜ਼ੀਆਂ ਨੇ, ਅਗਰ ਆਪਾਂ ਖਾਂਦੇ ਹਾਂ, ਉਹਦੇ ਸਾਈਡ ਇਫੈਕਟਸ ਇੰਨੇ ਹੈਰਾਨੀਜਨਕ ਨੇ। ਫੋਰ ਐਗਜ਼ਾਮਪਲ ਮੈਂ ਕੁਛ ਡਾਟਾ ਅੱਜ ਬੜਾ ਟੈਕਨੀਕਲੀ ਵੇ ਦੇ ਨਾਲ ਕਲੈਕਟ ਕੀਤਾ ਹੈਗਾ, ਮੈਂ ਦਰਸ਼ਕਾਂ ਅੱਗੇ ਰੱਖਣਾ ਵੀ ਚਾਹੂੰਗਾ। ਸਕਿਨ ਦੀ ਐਲਰਜੀ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਵਧੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ, ਔਰ ਇਹਦੇ ਨਾਲ ਸਕਿਨ ਦੀ ਐਲਰਜੀ 'ਚ ਵਾਧਾ ਹੁੰਦਾ ਹੈ। ਸੈਕਿੰਡ, ਜਦੋਂ BT ਕਾਟਨ ਦਾ ਵੀ ਜ਼ਿਕਰ ਆਉਂਦਾ ਇਹਦੇ ਵਿੱਚ, ਰੌਲਾ ਵੀ ਪਿਆ, ਕੰਟਰੋਵਰਸੀ ਵਾਲਾ ਹੀ ਵਿਸ਼ਾ ਹੈਗਾ। ਅੱਜ ਵੀ ਉਹ BT ਕਾਟਨ ਦਾ ਆਪਣੇ ਕੋਲ ਕਾਟਨ ਸੀਡ ਆਇਲ ਮਿਲ ਰਿਹਾ ਜੀ, ਆਇਲ ਵੀ ਮਿਲ ਰਿਹਾ। ਲੇਕਿਨ ਆਂਧਰਾ ਦੇ ਵਿੱਚ ਜਦੋਂ ਉਹ ਬਹੁਤ ਸਾਰੀਆਂ ਬੱਕਰੀਆਂ ਨੇ ਉਹਦੇ ਪੱਤਿਆਂ ਨੂੰ ਖਾਧਾ ਤਾਂ ਮੌਤ ਹੋ ਗਈ। 10,000 ਭੇਡਾਂ ਬੱਕਰੀਆਂ ਦੀ ਮੌਤ ਹੋਈ ਸੀ, ਠੀਕ ਹੈ। ਹੁਣ ਕੱਲਾ ਇਹ ਨਹੀਂ ਹੈ ਕਿ ਉਹਦੀ ਕਾਟਨ ਉਹਦਾ ਕੱਪੜਾ ਬਣੇਗਾ, ਉਹਦੇ ਕਾਟਨ ਦਾ ਅੰਡਰ ਗਾਰਮੈਂਟਸ ਬਣਨਗੇ, ਉਹੀ ਨਹੀਂ। ਜਿੱਥੇ ਕੋਈ ਪਲਾਂਟਸ ਪੈਦਾ ਹੁੰਦਾ ਤਾਂ ਉਹਦਾ ਸੜਿਆ ਹੋਇਆ ਪੱਤਾ ਵੀ, ਉਹਦੇ ਸੜਿਆ ਹੋਇਆ ਹਿੱਸਾ ਵੀ ਜ਼ਮੀਨ 'ਚ ਜਾਂਦਾ ਹੈ, ਤਾਂ ਉਹ ਜ਼ਮੀਨ ਦਾ ਵੀ ਹਿੱਸਾ ਬਣ ਗਿਆ। ਅੱਛਾ, ਜਦੋਂ ਉਸ ਸੁੱਕੇ ਹੋਏ ਕਪਾਹ ਦੇ ਬੂਟੇ ਨੂੰ ਅਸੀਂ ਅੱਗ ਲਾਉਂਦੇ ਹਾਂ ਕਿਉਂਕਿ ਉਹ ਬਾਲਣ ਦੇ ਕੰਮ ਆ ਜਾਂਦਾ, ਤਾਂ ਉਹਦਾ ਧੂੰਆਂ ਬਣ ਕੇ ਸਾਡੇ ਫੇਫੜਿਆਂ 'ਚ ਗਿਆ, ਸਾਡੀ ਜ਼ਮੀਨ 'ਚ ਵੀ ਜ਼ਹਿਰ ਚਲਾ ਗਿਆ, ਉਹਦੇ ਅੰਦਰ ਵੀ ਜਿਹੜੇ ਉਹ ਸੂਖਸ਼ਮ ਜੀਵ ਭੇਜ ਦਿੱਤੇ ਗਏ ਜਿਹੜੇ ਕਿ ਨੇਚਰ ਨੂੰ ਅਸੈਪਟ ਨਹੀਂ ਹੈਗੇ। ਅੱਛਾ, ਉਹਦੇ ਧੂਏ, ਬਾਲਣ ਦੇ ਧੂਏ ਨਾਲ ਸਾਡੇ ਫੇਫੜਿਆਂ 'ਚ ਚਲੇ ਗਏ, ਠੀਕ ਹੈ। ਅੱਛਾ, ਉਸ ਤੋਂ ਬਾਅਦ ਆਂਧਰਾ ਦੇ ਵਿੱਚ ਜਿਹੜੇ ਉੱਥੇ ਲੇਬਰ ਕੰਮ ਕਰਦੀ ਸੀ, ਜਿਨ੍ਹਾਂ ਨੇ ਕਪਾਹ ਨੂੰ ਤਿਆਰ ਕਰਨ ਦਾ ਕੰਮ ਕੀਤਾ, ਰੂਹ ਨੂੰ ਕੱਢਣ ਦਾ ਕੰਮ ਕੀਤਾ, ਉਹਨਾਂ ਨੂੰ ਕਈ ਤਰ੍ਹਾਂ ਦੀ ਇਨਫੈਕਸ਼ਨ, ਕਈ ਤਰ੍ਹਾਂ ਦੀ ਐਲਰਜੀ, ਨੰਬਰ ਆਫ ਐਲਰਜੀਜ਼ ਦੀ ਸਮੱਸਿਆ ਆਈ, ਠੀਕ ਹੈ। ਇਹਦੇ ਵਿੱਚ ਤਾਂ ਦੂਸਰਾ ਕੈਂਸਰ, ਅਸੀਂ ਕੈਂਸਰ ਟ੍ਰੇਨ ਪੰਜਾਬ 'ਚ ਚੱਲਦੀ ਹੈ, ਠੀਕ ਹੈ। ਤਾਂ ਬਹੁਤ ਸਾਰੇ ਉਹਦੇ ਪਿੱਛੇ ਰੀਜ਼ਨ, ਮਾਲਵਾ ਦੇ ਵਿੱਚ ਸਭ ਤੋਂ ਜ਼ਿਆਦਾ ਕਪਾਹ ਹੁੰਦੀ ਸੀ, ਮਾਲਵਾ ਏਰੀਆ ਦੇ ਵਿੱਚ, ਠੀਕ ਹੈ। ਔਰ ਮਾਲਵਾ 'ਚ ਕੈਂਸਰ ਜਿਹੜੀ ਕਿ ਟ੍ਰੇਨ ਚੱਲਦੀ ਹੈਗੀ ਆ। ਇਹਦੇ 'ਚ ਲਿਸਟ ਬਹੁਤ ਲੰਬੀ ਚਲੀ ਜਾਂਦੀ ਹੈ। ਮੇਰੀ ਕੋਸ਼ਿਸ਼ ਹੁੰਦੀ ਕਿ ਸ਼ਾਰਟ ਦੇ ਵਿੱਚ ਡਿਲੀਵਰ ਕੀਤਾ ਜਾਏ। ਕਿਡਨੀ ਫੇਲੀਅਰ, ਅੱਛਾ, ਲੀਵਰ ਡੈਮੇਜ,
ਲੀਵਰ ਸਾਡੇ ਸਰੀਰ ਦਾ ਸਭ ਤੋਂ ਸਟਰੋਂਗ ਇੱਕ ਅੰਗ ਹੈ, ਕੁਦਰਤ ਨੇ ਸਾਨੂੰ ਦਿੱਤਾ ਹੋਇਆ ਹੈ। ਇਹ ਗਲੈਂਡ ਦੇ ਰੂਪ 'ਚ ਕੰਮ ਕਰਦਾ ਸਾਡੇ ਅੰਦਰ। ਇੰਨਾ ਕੁ ਸਟਰੋਂਗ ਹੈ ਕਿ ਅਗਰ 50% ਕੱਟ ਵੀ ਦਿੱਤਾ ਜਾਵੇ ਤਾਂ ਆਪਣੀ ਰਿਪੇਅਰ ਆਪ ਕਰ ਲੈਂਦਾ। ਠੀਕ ਹੈ, ਵੱਡਾ ਆਰਗਨ ਵੀ ਉਹੀ ਆ, 2.5 ਕਿਲੋ ਵਜਨ ਹੁੰਦਾ ਸਾਈਜ਼ ਦੇ ਵਿੱਚ ਵੀ ਔਰ weight ਦੇ ਵਿੱਚ ਵੀ, ਔਰ ਆਪਣੇ ਆਪ ਆਪਣੀ ਤਿਆਰੀ ਕਰ ਲੈਂਦਾ। ਉਹਨੂੰ ਜਿਹਨੂੰ ਕਿ ਸੋਰਾਇਸਿਸ ਜਾਂ ਕੈਂਸਰ ਹੋਣ ਮੰਨਿਆ ਨਹੀਂ ਜਾਂਦਾ ਹੁੰਦਾ ਸੀ ਪਹਿਲਾਂ ਕਿ ਇਹਨੂੰ ਕੈਂਸਰ ਹੋ ਸਕਦਾ, ਉਹ ਇਸ ਤਰੀਕੇ ਦੇ ਨਾਲ ਫੈਟੀ ਲੀਵਰ ਤੋਂ ਬਾਅਦ ਸੋਰਾਇਸਿਸ ਦਾ ਵਿੱਚ ਚਲਾ ਜਾਂਦਾ ਹੈ ਕਿ ਜਿਵੇਂ ਪਤਾ ਨਹੀਂ ਬੰਦੇ ਨੇ ਕੀ ਕੁਛ ਖਾ ਲਿਆ। ਅਲਟੀਮੇਟ ਤੋਂ ਇੰਨਾ ਇੱਕ ਜ਼ਹਿਰੀਲੀਆਂ ਚੀਜ਼ਾਂ ਜ਼ਹਿਰ ਬਣ ਕੇ ਅੰਦਰ ਸਟੋਰ ਹੋ ਰਹੀਆਂ ਨੇ ਕਿ ਖੂਨ ਦੀਆਂ ਉਲਟੀਆਂ, ਫੂਡ ਪਾਈਪ ਖਰਾਬ, ਬਹੁਤ ਕੁਝ ਹੋ ਜਾਂਦਾ। ਨੈਕਸਟ ਹੈਗਾ ਜਿਹੜੀਆਂ ਆਟੋ ਇਮਿਊਨ ਡਿਸਆਰਡਰ, ਇਹਦਾ ਹੀ ਕਾਰਨ ਯੈਸ ਜਿਹਦੇ ਵਿੱਚ IBS ਆ ਗਿਆ, ਥਾਇਰਾਇਡ ਆ ਗਿਆ, ਜਿਹਦੇ ਵਿੱਚ RA ਫੈਕਟਰ ਆ ਗਿਆ, ਡਿਪਰੈਸ਼ਨ ਆ ਗਿਆ, ਇਹ ਸਾਰੀਆਂ ਯੂਟਰਸ ਦੀਆਂ ਯੈਸ ਯੂਟਰਸ ਕੈਂਸਰ ਔਰ ਇਨਫਰਟੀਲਿਟੀ ਔਰ ਬਾਂਝਪਨ ਤਾਂ ਪਹਿਲੇ ਨੰਬਰ 'ਤੇ ਆ ਰਹੀ ਹੈ। ਠੀਕ ਹੈ, ਤਾਂ ਅਸੀਂ ਆਪਾਂ ਸਾਰੇ ਨੂੰ ਸਮਝ ਨਹੀਂ ਆ ਰਹੀ ਵੀ ਖਾ ਪੀ ਰਹੇ ਹਾਂ ਕੀ ਹੋ ਕੀ ਰਿਹਾ ਹੈਗਾ। ਅਸਲ 'ਚ ਡਾਕਟਰ ਸਾਹਿਬ ਜਿਹੜੀਆਂ ਤੁਸੀਂ ਕੰਪਨੀਆਂ ਦੀ ਦੱਸੀ ਇਹ ਗੱਲ ਵੀ ਜਿਹੜੀਆਂ ਕੰਪਨੀਆਂ ਗੈਸ ਚੈਂਬਰ ਦੇ ਵਿੱਚ ਗੈਸ ਸਪਲਾਈ ਕਰਕੇ ਕਰੋੜਾਂ ਬੰਦੇ ਮਾਰਨ ਦਾ ਤਜਰਬਾ ਰੱਖ ਚੁੱਕੀਆਂ ਨੇ ਪਹਿਲਾਂ, ਉਹ ਹੁਣ ਜਿਨ੍ਹਾਂ ਨੂੰ ਇਨਸਾਨਾਂ ਦੇ ਮਰਨ ਨਾਲ ਪਹਿਲਾਂ ਕੋਈ ਫਰਕ ਨਹੀਂ ਪਿਆ, ਉਹੀ ਹੁਣ ਜਦੋਂ BT ਕਾਟਨ ਬਣਾਉਣ ਲੱਗੇ ਤਾਂ ਹੁਣ ਉਹਨਾਂ ਦੇ ਮਨਾਂ ਦੇ ਵਿੱਚ ਰਹਿਮ ਆਪਾਂ ਕਿਸ ਤਰ੍ਹਾਂ ਉਮੀਦ ਕਰ ਸਕਦੇ ਹਾਂ। ਪਰ ਬਚਣਾ ਤਾਂ ਆਪਾਂ ਨੂੰ ਆਪ ਨੂੰ ਪਏਗਾ ਨਾ। ਸਰ ਮੈਂ ਉਹੀ ਕਹਿ ਰਿਹਾ ਕਿ ਅਗਰ ਯੂਰਪ 'ਚ ਬੈਨ ਕਿਉਂ ਹੋਇਆ, ਯੂਰਪ 'ਚ ਇਸ ਕਰਕੇ ਨਹੀਂ ਬੈਨ ਹੋਇਆ ਸੀ ਕਿ ਸਰਕਾਰ ਨੂੰ ਪਤਾ ਲੱਗ ਗਿਆ ਸੀ, ਯੂਰਪ 'ਚ ਇਸ ਕਰਕੇ ਬੈਨ ਹੋਇਆ ਸੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਸੀ। ਯੈਸ, ਮੀਡੀਆ ਜਾਗਰੂਕ ਸੀ, ਲੋਕਾਂ ਨੂੰ ਪਤਾ, ਲੋਕਾਂ ਨੇ ਵਿਰੋਧ ਕੀਤਾ ਹੈ। ਠੀਕ ਹੈ, ਅੱਜ ਅਮਰੀਕਾ 'ਚ ਪਿੱਛੇ ਜਿਹੇ ਇੱਕ ਸਰਵੇ ਹੋਇਆ ਸੀ GMO ਦੇ ਉੱਪਰ, ਲੋਕਾਂ ਨੂੰ ਪੁੱਛਿਆ ਗਿਆ ਅਮਰੀਕਾ USA ਦੇ ਅੰਦਰ ਕਿ ਤੁਹਾਨੂੰ GMO ਬਾਰੇ ਪਤਾ ਹੈ, ਤਾਂ 65% ਲੋਕਾਂ ਨੇ ਕਿਹਾ ਸਾਨੂੰ ਨਹੀਂ ਪਤਾ ਹੈ। ਇੱਥੇ ਮੈਨੂੰ ਲੱਗਦਾ 99% ਨੂੰ ਨਹੀਂ ਪਤਾ ਹੈਗਾ। ਕਿਉਂ? ਇਹਦੇ 'ਤੇ ਕੋਈ ਗੱਲਬਾਤ ਹੀ ਨਹੀਂ ਹੁੰਦੀ, ਕੋਈ ਵਿਚਾਰ ਵਿਸ਼ਾ ਨਹੀਂ ਹੁੰਦਾ। ਗੈਟਿੰਗ ਤਾਂ ਮੈਂ ਇਹਦੇ 'ਚ ਇਹ ਵੀ ਗੱਲ ਕਹੂੰਗਾ ਕਿ ਅਸੀਂ ਉਹਨਾਂ ਕੰਪਨੀਆਂ ਨੂੰ ਵੀ ਕਸੂਰਵਾਰ ਨਹੀਂ ਕਹਿ ਸਕਦੇ, ਕਿਉਂਕਿ ਉਹਨਾਂ ਟਾਈਮ ਕਿਸੇ ਦੀ ਹਿੰਮਤ ਨਹੀਂ ਹੈ ਤੁਹਾਡੇ ਘਰ ਦੇ ਵਿੱਚ ਪੈਰ ਰੱਖ ਲਵੇ ਜਿੰਨਾ ਟਾਈਮ ਤੁਸੀਂ ਇਜਾਜ਼ਤ ਨਹੀਂ ਦਿੰਦੇ। ਇਜਾਜ਼ਤ ਤਾਂ ਕੀ ਡਾਕਟਰ ਸਾਹਿਬ, ਇਜਾਜ਼ਤ ਤਾਂ ਦੇਗਾ ਨਾ ਜੇ ਕੋਈ ਤੁਹਾਨੂੰ ਦੇਣ ਆਇਆ ਤਾਂ ਤੁਸੀਂ ਉਹਨੂੰ ਲੈਣ ਤੋਂ ਮਨਾ ਕੀਤਾ। ਇੱਥੇ ਤਾਂ ਆਪਾਂ ਲੱਭਣ ਚਲੇ ਜਾਂਦੇ ਹਾਂ ਵੀ ਆਪਾਂ ਨੂੰ ਪੀਲੇ ਰੰਗ ਦੀ ਜਿਹੜੀ ਉਹ ਸ਼ਿਮਲਾ ਮਿਰਚ ਚਾਹੀਦੀ ਹੈ, ਤੇ ਗਾਜਰ ਜਿਹੜੀ ਸਾਨੂੰ ਦੂਜੇ ਰੰਗ ਦੀ ਚਾਹੀਦੀ ਹੈ, ਤੇ ਜਿਹੜਾ ਖੀਰਾ ਸਾਨੂੰ ਜਿਹੜਾ ਉਹ ਹਾਈਬ੍ਰਿਡ ਚਾਹੀਦਾ। ਇਹ ਤਾਂ ਲੱਭ ਕੇ ਆਪਾਂ ਲੈ ਕੇ ਨਾਲ ਇਜਾਜ਼ਤ ਤਾਂ ਦੇਗਾ, ਆਪਾਂ ਅਸੀਂ ਤਾਂ ਲੱਭਦੇ ਹਾਂ। ਜੀ ਬਿਲਕੁਲ ਤਾਂ ਲੇਕਿਨ ਉਹ ਚੀਜ਼ ਵੀ ਜਿਹੜੀ ਲੱਭਣ ਜਾਣ ਵਾਲੀ ਜਿਹੜੀ ਚੀਜ਼ ਵੀ ਤਾਂ ਹੀ ਰੁਕੇਗੀ ਜੇ ਸਾਨੂੰ ਇਹਦੇ ਬਾਰੇ ਪਤਾ ਹੋਏਗਾ। ਠੀਕ ਹੈ, ਆਪਣੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਅਸੀਂ ਰੈਫਰੈਂਸ ਦਈਏ। ਠੀਕ ਹੈ, ਇਹ ਅਸੀਂ ਕਹਿੰਦੇ ਹਾਂ ਕਿ ਇਹਦੇ ਉੱਤੇ R&D ਕਰੋ ਆਪਣੇ ਲੈਵਲ 'ਤੇ, ਵਿਹਲਾ ਟਾਈਮ ਜਿੱਥੇ ਹੋਰ ਚੀਜ਼ਾਂ ਨੂੰ ਦੇਖਦੇ ਹਾਂ ਉੱਥੇ ਫਾਈਂਡ ਆਊਟ ਕਰੋ GMO ਪ੍ਰੋਡਕਟਸ ਕਿਹੜੇ ਨੇ, GMO ਦੇ ਸਾਈਡ ਇਫੈਕਟਸ ਕੀ ਨੇ, ਉਸ ਟੈਕਨੋਲੋਜੀ ਨੂੰ ਯੂਜ਼ ਕਰੋ। ਜੇ ਅਸੀਂ ਗਲਤ ਬੋਲ ਰਹੇ ਹਾਂ ਤਾਂ ਥੱਲੇ ਕਮੈਂਟਸ ਕਰੋ ਵੀ ਤੁਸੀਂ ਗਲਤ ਕਰ ਰਹੇ ਹੋ। ਨਹੀਂ, ਪਰ ਇੰਡੀਆ ਦੇ ਵਿੱਚ ਹੈਗਾ ਬੈਨ ਹੈ ਕਿ ਇੰਡੀਆ 'ਚ ਚੱਲ ਰਿਹਾ ਹੈ? ਆਲਰੇਡੀ ਲਾਸਟ ਈਅਰ ਗਵਰਨਮੈਂਟ ਨੇ ਬੈਨ ਕਰ ਦਿੱਤਾ ਹੈਗਾ। ਇੰਨੇ ਸਾਲ ਫਿਰ ਮਰੀ ਗਏ ਲੋਕੀ। ਹਾਂ, ਤੇ ਆਪਾਂ ਇਹੀ ਚੀਜ਼ ਕਹਿ ਸਕਦੇ ਹੈਗੇ ਆ। ਹੁਣ ਕਿਹਨੇ ਜਗਾਇਆ ਹੋ ਸਕਦਾ ਹੈ? ਇਹ ਤਾਂ ਹੁਣ ਗਵਰਨਮੈਂਟ ਨੂੰ ਪਤਾ ਹੈ ਕਿ ਇੰਨਾ ਲੇਟ ਕਿਉਂ ਕੀਤਾ। ਠੀਕ ਹੈ, ਔਰ ਲੇਕਿਨ ਜਿਹੜੇ ਹੁਣ ਤੱਕ ਬੰਦੇ ਮਰ ਗਏ ਉਹਨਾਂ ਲਈ ਜ਼ਿੰਮੇਵਾਰ ਕੌਣ? ਲੇਕਿਨ ਕੁਲਵੰਤ ਜੀ ਮੈਂ ਇੱਕ ਚੀਜ਼ ਜ਼ਰੂਰ ਦਰਸ਼ਕਾਂ ਅੱਗੇ ਰੱਖਣਾ ਚਾਹੂੰਗਾ, ਔਰ ਇਹ ਮੇਰੇ 'ਤੇ ਵੀ ਲਾਗੂ ਹੁੰਦੀ, ਤੁਹਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਗਵਰਨਮੈਂਟ ਦੀ ਵੇਟ ਹੀ ਕਿਉਂ ਕਰਦੇ ਹਾਂ ਕਿ ਗਵਰਨਮੈਂਟ ਬੈਨ ਕਰੇ ਤੇ ਆਪਾਂ ਆਪ ਹੀ ਬੈਨ ਕਰ ਦਈਏ ਵੀ ਅਸੀਂ ਨਹੀਂ ਖਾਂਦੇ? ਨੈਚੁਰਲੀ ਹੈ ਸਰ, ਜੇ ਉਹਨੂੰ ਖਾਣ ਨਾਲ ਕਿਸੇ ਦਾ ਬੱਚਾ ਜਾਂ ਕਿਸੇ ਦਾ ਪਰਿਵਾਰ ਨਪੁੰਸਕ ਹੁੰਦਾ ਹੈ ਤਾਂ ਪਹਿਲਾਂ ਗਵਰਨਮੈਂਟ ਤੋਂ ਆਰਡਰ ਲੈਣ ਜਾਓਗੇ। ਠੀਕ ਹੈ, ਇਹ ਅਸਲ 'ਚ ਪਤਾ ਕੀ ਹੈ ਡਾਕਟਰ ਸਾਹਿਬ, ਪ੍ਰੋਬਲਮ ਇੱਥੇ ਹੈ ਕਿ ਲੋਕਾਂ ਨੂੰ ਇਹ ਪਤਾ ਹੀ ਨਹੀਂ ਵੀ ਕਿਹੜੀਆਂ ਚੀਜ਼ਾਂ GMO ਨੇ। ਪੰਗਾ ਇਹ ਹੈ, ਪਰ ਉਹ ਵੀ ਤਾਂ ਦੱਸਣੀਆਂ ਪੈਣਗੀਆਂ ਨਾ ਵੀ ਇਹ GMO ਪ੍ਰੋਡਕਟਸ ਨੇ, ਤਾਂ ਕਰਕੇ ਲੋਕੀ ਉਹਨਾਂ ਚੀਜ਼ਾਂ ਤੋਂ ਬਚਣ। ਹੁਣ ਲੋਕੀ ਪਹਿਲਾਂ ਉੱਥੇ ਗੂਗਲ ਕਰਨ, ਲੋਕੀ ਤਾਂ ਦੇਖਦੇ ਨੇ ਪੀਲੇ ਰੰਗ ਦੀ ਸ਼ਿਮਲਾ ਮਿਰਚ, ਲੋਕੀ ਦੇਖਦੇ ਨੇ ਖੀਰਾ ਜਿਹੜਾ ਉਹ ਪਤਲਾ ਛੋਟਾ ਜਿਹਾ ਆ ਗਿਆ ਹੈ ਨਾ, ਲੋਕੀ ਦੇਖਦੇ ਨੇ ਬਰੋਕਲੀ ਹੈ ਨਾ। ਉਹ ਆਪਾਂ ਨੂੰ ਪਤਾ ਹੋਵੇ ਨਾ ਕਿਹੜੀਆਂ ਚੀਜ਼ਾਂ ਨੇ। ਹਾਂ, ਔਰ ਇਹ ਮੈਂ ਸੌਖਾ ਤਰੀਕਾ ਦੱਸਣਾ, ਆਪਾਂ ਗੂਗਲ ਵੀ ਨਹੀਂ ਕਰਦੇ, ਉਹ ਆਪਾਂ ਟੈਕਨੋਲੋਜੀ ਵੱਲ ਜਾਂਦੇ ਨਹੀਂ। ਜਿਹੜੀਆਂ ਚੀਜ਼ਾਂ ਬਜ਼ੁਰਗਤਾ ਸਭ ਦੇ ਨੀਅਰ ਡੀਅਰ ਹੈਗੇ ਆ ਨਾ, ਬਜ਼ੁਰਗਾਂ ਨੂੰ ਪੁੱਛ ਲਓ ਵੀ ਕੀ ਬਾਪੂ ਤੇਰੇ ਟਾਈਮ 'ਤੇ ਆਹ ਰੰਗ ਦਾ ਖੀਰਾ ਹੁੰਦਾ ਸੀ, ਉਹ ਵੀ ਹਰੇ ਰੰਗ ਦੀ ਹੁੰਦੀ, ਉਹ ਵੀ ਹਰੇ ਰੰਗ ਦੀ ਹੁੰਦੀ ਸੀ। ਕਿਉਂਕਿ ਸਾਰੀਆਂ ਜਿੰਨੀਆਂ ਨਿਊ ਵੈਰਾਈਟੀਜ਼ ਆਈਆਂ ਨੇ ਸਾਰੀਆਂ ਉਹ ਨੇ ਜਿਹੜੀਆਂ ਪਹਿਲਾਂ ਨੇਚਰ ਨੇ ਨਹੀਂ ਦਿੱਤੀਆਂ ਸੀ, ਔਰ ਜਿਹੜੀਆਂ ਨੇਚਰ ਨੇ ਦਿੱਤੀਆਂ ਸੀ ਸਭ ਤੋਂ ਜ਼ਿਆਦਾ ਸਾਡੇ ਦੇਸ਼ਾਂ 'ਚ ਹੈ। ਇਹ ਥੋੜ੍ਹਾ ਨਾ ਕਿ ਅਮਰੀਕਾ 'ਚ ਹੁੰਦੀ ਸੀ ਤੇ ਇੱਧਰ ਹੈ ਹੀ ਨਹੀਂ ਸੀ ਕਿਤੇ। ਉਹ ਜੋ ਸਾਡੇ ਕੋਲ ਆ ਉਹਨਾਂ ਕੋਲ ਅੱਜ ਤੱਕ ਨਹੀਂ ਹੈਗਾ। ਤਾਂ ਕਹਿਣ ਦਾ ਮਤਲਬ ਜੋ ਚੀਜ਼ਾਂ ਅੱਜ ਦੇ ਨਵੀਂ ਕਲਰ ਦੇ ਵਿੱਚ, ਨਵੇਂ ਡਿਜ਼ਾਈਨ ਦੇ ਵਿੱਚ, ਨਵੀਂ ਸ਼ੇਪ 'ਚ ਆ ਰਹੀਆਂ ਨੇ, ਇਹ ਸਾਰੀਆਂ। ਅੱਛਾ, ਹਾਈਬ੍ਰਿਡ ਸ਼ਬਦ ਤਾਂ ਸਾਰਿਆਂ ਨੇ ਸੁਣਿਆ, ਗਾਵਾਂ ਵੀ ਹਾਈਬ੍ਰਿਡ ਨੇ ਹੁਣ ਤਾਂ। ਠੀਕ ਹੈ, ਹਾਈਬ੍ਰਿਡ ਸ਼ਬਦ ਜਿਹਦੇ ਨਾਲ ਲੱਗ ਗਿਆ ਉਹ ਚੀਜ਼ ਆ ਜਿਹਨੂੰ ਨੇਚਰ ਨੇ ਨਹੀਂ ਦਿੱਤਾ,
ਉਹਨੂੰ ਇਨਸਾਨ ਨੇ ਲੈਬ 'ਚ ਬਣਾਇਆ। ਮਾਫ ਕਰਨਾ ਤੁਹਾਨੂੰ ਇੱਥੇ ਰੋਕਾਂਗਾ, ਲੋਕਾਂ ਦੇ ਦਿਮਾਗ 'ਚ ਇਹ ਹੈ ਵੀ ਇਹ ਇੰਡੀਆ ਦਾ ਨਹੀਂ ਹੈਗਾ, ਇਹ ਫੋਰਨ ਦਾ ਫਰੂਟ ਹੈ, ਇਹ ਫੋਰਨ ਦੀ ਸਬਜ਼ੀ ਹੈ, ਉਹਨੂੰ ਕਿਵੇਂ ਦਿਮਾਗ 'ਚੋਂ ਕੱਢਿਆ ਜਾਏਗਾ? ਬਟ ਇਹ ਵੀ ਤਾਂ ਦੇਖੋ ਨਾ, ਜਿਹੜੇ ਫਰੂਟਸ ਦੀ ਇਮਿਊਨਿਟੀ ਨਹੀਂ ਹੈ ਉਸ ਲੋਕਾਂ ਦੀ ਕਿਉਂ ਹੋਏਗੀ? ਕਰੋਨਾ ਕਾਲ 'ਚ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ 'ਚ ਕਿਉਂ ਹੋਈਆਂ? ਕਿਉਂਕਿ ਉੱਥੇ GMO ਪ੍ਰੋਡਕਟਸ ਨੇ, ਉੱਥੇ ਉਹ ਸਾਰਾ ਕੁਝ ਉੱਥੇ ਸਿਸਟਮ ਹੈ। ਉੱਥੇ 70-80% ਜਿਹੜੀ ਕੰਜ਼ੰਪਸ਼ਨ ਹੈ ਉਹ GMO ਦੀ ਹੈ, ਤੇ ਉਹੀ ਖਾਓ, ਇੰਡੀਆ 'ਚ ਵੀ ਖਾ ਲਓ ਫਿਰ। ਨਹੀਂ, ਪਰ ਤੁਸੀਂ ਨਾਲੇ ਕਹਿੰਦੇ ਯੂਰਪ 'ਚ ਬੈਨ ਹੈ ਉਧਰਲੀ ਸਾਈਡ ਤੇ। ਸਰ ਮੈਂ ਅਮਰੀਕਾ ਦੀ ਗੱਲ ਕੀਤੀ ਹੈ। ਅਮਰੀਕਾ 'ਚ ਨਹੀਂ ਬੈਨ? ਅਮਰੀਕਾ 'ਚ ਨਹੀਂ ਬੈਨ ਨਾ, ਉੱਥੇ ਤਾਂ ਬੜਾਵਾ ਦਿੱਤਾ ਯਾਰ। ਹਾਂ, ਕੈਨੇਡਾ ਨਹੀਂ ਬੈਨ ਹੈਗਾ, ਉੱਥੇ ਚੱਲਦਾ। ਸਰਕਾਰਾਂ ਨਹੀਂ ਬੈਨ ਕਰਦੀਆਂ ਨਾ, ਲੋਕਾਂ ਨੂੰ ਸਮਝ ਆ ਗਈ, ਉਹਨਾਂ ਨੇ ਵਿਰੋਧ ਕੀਤਾ ਤਾਂ ਸਰਕਾਰਾਂ 'ਤੇ ਦਬਾਅ ਬਣਾ ਲਿਆ। ਠੀਕ ਹੈ, ਤਾਂ ਚਲੋ ਸਰਕਾਰਾਂ ਦਾ ਆਪਣਾ ਵੀ ਕਈ ਤਰ੍ਹਾਂ ਦੀ ਮਜਬੂਰੀਆਂ ਹੁੰਦੀਆਂ, ਕਿਉਂਕਿ ਜੇ ਉੱਥੋਂ ਦੀ ਜਨਤਾ ਵਿਰੋਧ ਕਰੇਗੀ ਫਿਰ ਸਰਕਾਰ ਨੇ ਵੀ ਅੱਗੇ ਜਵਾਬ ਦੇ ਸਕਦੀਆਂ ਨੇ ਇੰਟਰਨੈਸ਼ਨਲ ਲੈਵਲ 'ਤੇ ਵੀ ਸਾਡੇ ਲੋਕਾਂ ਨੇ ਵਿਰੋਧ ਕੀਤਾ, ਅਸੀਂ ਇਹਨੂੰ ਨਹੀਂ ਚਲਾ ਸਕਦੇ। ਕਿਉਂਕਿ ਅਲਟੀਮੇਟ ਹਰ ਦੇਸ਼ ਨੂੰ ਇੱਕ ਫੰਡ ਚਾਹੀਦਾ, ਫੋਰਨਰ ਇਨਵੈਸਟਰ ਚਾਹੀਦੇ ਨੇ, ਤਾਂ ਉਹ ਇੱਕ। ਲੇਕਿਨ ਜੇ ਲੋਕ ਬੋਲ ਹੀ ਨਹੀਂ ਰਹੇ ਤਾਂ ਉਹ ਚੀਜ਼ਾਂ ਕਿਵੇਂ ਹੋਣਗੀਆਂ? ਤਾਂ ਇਸ ਕਰਕੇ ਜ਼ਰੂਰੀ ਹੈਗਾ ਕਿ ਸਾਨੂੰ, ਮੈਂ ਹਮੇਸ਼ਾ ਹੀ ਰਿਕੁਐਸਟ ਕੀਤੀ ਹੈ ਕਿ 21ਵੀਂ ਸਦੀ ਹੈ, ਇਹ ਗਿਆਨ ਤੇ ਵਿਗਿਆਨ ਦਾ ਯੁੱਗ ਹੈ। ਇਸ ਵਿਗਿਆਨਿਕ ਯੁੱਗ ਦੇ ਅੰਦਰ ਜੇ ਤੁਸੀਂ ਆਪਣੇ ਸਿਹਤ ਦੇ ਪ੍ਰਤੀ ਗਿਆਨ ਇਕੱਠਾ ਨਾ ਕੀਤਾ, ਠੀਕ ਹੈ, ਤਾਂ ਇਸ ਪਲੈਨਟ ਤੇ ਰਹਿਣਾ ਨਾਮੁਮਕਿਨ ਸਮਝ ਲਓ। ਇਸ ਪਲੈਨਟ ਤੇ ਤੁਹਾਡਾ ਅੱਗੇ ਜਨਰੇਸ਼ਨ ਚੱਲ ਜਾਵੇ ਇਸ ਧਰਤੀ ਉੱਤੇ, ਉਹਨੂੰ ਤੁਸੀਂ ਨਾ ਮਾਤਰ ਹੀ ਸਮਝੋ। ਠੀਕ ਹੈ, ਇਸ ਕਰਕੇ ਤੰਦਰੁਸਤੀ ਦੇ ਗਿਆਨ ਨੂੰ ਇਕੱਠਾ ਕਰਨਾ ਤੁਹਾਡਾ ਸ਼ੌਂਕ ਨਹੀਂ, ਇਹ ਨਹੀਂ ਕਿ ਤੁਹਾਨੂੰ ਸ਼ੌਂਕ ਹੈ ਤਾਂ ਸੁਣੋ, ਮਜਬੂਰੀ ਹੈ, ਇਹ ਮਜਬੂਰੀ ਹੈ। ਠੀਕ ਹੈ, ਔਰ ਇਸ ਮਜਬੂਰੀ ਨੂੰ ਜੇ ਤੁਸੀਂ ਐਕਸੈਪਟ ਕਰ ਲਿਆ ਔਰ ਇਸ ਮਜਬੂਰੀ 'ਤੇ ਕੰਮ ਕਰ ਲਿਆ, ਦੇਖੋ ਇਹ ਵਿਗਿਆਨ ਦੇ ਯੁੱਗ ਦੇ ਅੰਦਰ ਨਾ ਲੜਾਈ, ਇਹ ਕੋਲਡ ਵਾਰ ਇਹ ਵਪਾਰਿਕ ਯੁੱਧ ਨੇ ਸਾਰੇ ਦੇ ਸਾਰੇ। ਔਰ ਇਸ ਸਦੀ ਦੇ ਅੰਦਰ ਕੋਈ ਵੀ ਮਿਜ਼ਾਈਲ ਦੇ ਨਾਲ ਜਾਂ ਤਲਵਾਰਾਂ ਦੇ ਨਾਲ ਜਾਂ ਬੰਦੂਕਾਂ ਦੇ ਨਾਲ ਨਹੀਂ ਲੜ ਰਿਹਾ। ਹਰ ਦੇਸ਼ ਕੰਟਰੀ ਦੂਸਰੀ ਕੰਟਰੀ ਨਾਲ ਬ੍ਰੇਨ ਨਾਲ ਲੜ ਰਹੀ ਹੈ। ਮੈਂ ਚਾਈਨਾ ਦੀ ਗੱਲ ਦੱਸਦਾ ਕਿਵੇਂ ਲੜ ਰਿਹਾ। ਚਾਈਨਾ ਨੇ ਆਪਣੀ ਕੰਟਰੀ ਦੇ ਵਿੱਚ GMO ਬੈਨ ਕੀਤਾ ਹੋਇਆ, ਉੱਥੇ ਨਹੀਂ ਵੇਚ ਸਕਦੇ, ਲੇਕਿਨ ਉਹਦੀ R&D ਸੈਂਟਰ GMO ਦੇ ਸਭ ਤੋਂ ਸਟਰੋਂਗ ਨੇ, ਪੂਰੇ ਵਿਸ਼ਵ ਨੂੰ ਸਪਲਾਈ ਕਰ ਰਿਹਾ। ਜਿਹੜਾ ਕਾਰਨ ਦੀ 70% ਸਪਲਾਈ ਚਾਈਨਾ ਕਰ ਰਿਹਾ, GMO ਕਾਰਨ ਦੀ। ਠੀਕ ਹੈ, ਤਾਂ ਉਹਨਾਂ ਨੇ ਕੀ ਹੋ ਗਿਆ, ਬ੍ਰੇਨ ਹੋ ਗਈ ਨਾ, ਬ੍ਰੇਨ ਦੀ ਮਾਰ। ਠੀਕ ਹੈ, ਉਹਨੇ ਆਪਣੀ ਕੰਟਰੀ ਬਚਾ ਲਈ, ਕਹਿੰਦਾ ਵਿਸ਼ਵ ਨੂੰ ਲਾਓ ਇਸ ਧਿਆਨੇ, ਕਰੋ ਵਪਾਰ। ਤਾਂ ਗਲੋਬਲ ਲੈਵਲ ਤੇ ਸੈਕਿੰਡ ਕੰਟਰੀ ਬਣੀ ਪਈ ਆ ਵਪਾਰ। ਨਾਲੇ ਪੈਸੇ ਕਮਾ ਰਿਹਾ ਤੇ ਨਾਲੇ ਲੋਕਾਂ ਨੂੰ ਮਾਰ ਰਿਹਾ ਹੈਗਾ। ਉਹ ਅੱਗੇ ਵੀ ਰਿਸਰਚ ਕਰ ਰਿਹਾ, ਚਮਗਿੱਦੜ ਔਰ ਇਨਸੈਕਟੀਸਾਈਡ ਜਿਹੜੀਆਂ ਬਣਦੀਆਂ, ਪੈਸਟੀਸਾਈਡ ਬਣਦੇ ਨੇ, ਉਹਦੇ ਵਿੱਚੋਂ ਬਹੁਤ ਪਤਾ ਨਹੀਂ ਕੀ ਕੁਛ ਰਿਸਰਚ ਕਰੀ ਜਾ ਰਹੇ ਨੇ। ਅੱਗੇ ਆ ਜਾਏਗਾ, ਜਿਵੇਂ ਆਏਗੀ ਤਾਂ ਆਪਾਂ ਵੀਡੀਓ 'ਚ ਰੱਖਾਂਗੇ। ਡਾਕਟਰ ਸਾਹਿਬ, ਹੈ ਤਾਂ ਮਜ਼ਾਕ ਦੀ ਗੱਲ ਹੈ, ਉਹਦੇ ਲਈ ਚਮਗਾਦੜ ਖਾਣੇ ਪੈਂਦੇ ਨੇ, ਉਹਦੇ 'ਚ ਪਤਾ ਨਹੀਂ ਕਿਹੜੀਆਂ ਚੀਜ਼ਾਂ ਚੁੱਕ ਕੇ ਜਿੰਦਾ ਖਾਣੀਆਂ ਪੈਂਦੀਆਂ ਨੇ, ਉਹ ਕਿਹੜਾ ਖਾ ਲੇਗਾ ਇੰਡੀਆ ਦੇ ਵਿੱਚ? ਨਹੀਂ, ਚਮਗਾਦੜ ਖਵਾਉਣਗੇ ਨਹੀਂ ਉਹ ਦੇਖਦੇ ਤੁਸੀਂ, ਆਪਾਂ ਵੀਡੀਓ ਦੇਖਦੇ ਹਾਂ ਵੀ ਉਹ ਜਿੰਦਾ ਚਿੜੀ ਚੁੱਕ ਕੇ ਖਾ ਜਾਂਦੇ ਨੇ, ਜਿੰਦਾ ਸੱਪ ਖਾ ਜਾਂਦੇ ਨੇ, ਉਹ ਇੰਡੀਆ 'ਚ ਕਿਹੜਾ ਖਾ ਜਾਏਗਾ? ਇੱਦਾਂ ਤਜਰਬਾ ਕਰੋ। ਚਲੋ ਉਹਨਾਂ ਲੋਕਾਂ ਦਾ ਜੀਵਨ ਹੈ। ਹੁਣ ਆਪਾਂ ਥਾਈਲੈਂਡ ਚਲੇ ਜਾਂਦੇ ਹਾਂ ਤਾਂ ਉੱਥੇ ਉਹ ਕੇਕੜੇ ਖਾਂਦੇ ਨੇ। ਠੀਕ ਹੈ, ਤਾਂ ਉਹ ਉਹਨਾਂ ਦਾ ਜੀਵਨ ਹੈ, ਉਹ ਕਿਵੇਂ। ਬਟ ਇੱਥੋਂ ਇਹ ਵੀ ਜੇ ਦੇਖ ਲਈਏ ਨਾ, ਕੁਦਰਤ ਨੇ ਕਿੰਨੀ ਹਸੀਨ ਧਰਤੀ ਤੇ ਪੈਦਾ ਕੀਤਾ। ਇੱਥੇ ਤੁਹਾਨੂੰ ਜਾਨਵਰ ਖਾਣ ਦੀ ਲੋੜ ਹੀ ਨਹੀਂ, ਇੱਥੇ ਵਨਸਪਤੀ ਬੜੀ ਰਿਚ ਹੈ। ਠੀਕ ਹੈ, ਇੱਥੋਂ ਦੀ ਪੱਤਰ ਦੀ ਚਟਨੀ ਖਾ ਲਓ ਤੇ ਉਹੀ ਬੜੀ ਨਿਊਟ੍ਰੀਸ਼ਨਫੁੱਲ ਹੈਗੀ। ਸਾਨੂੰ ਕੀ ਲੋੜ ਹੈ ਕੀੜੇ ਮਕੌੜੇ ਖਾਣ ਦੀ? ਇਹ ਤਾਂ ਇਹ ਸਮਝ ਲਓ ਕਿ ਉਹ ਕਿੰਨੀ ਉਸ ਤਰ੍ਹਾਂ ਦੀ ਜਗ੍ਹਾ ਤੇ ਰੱਬ ਨੇ ਪੈਦਾ ਕਰਕੇ ਬੰਦੇ ਨੂੰ ਸੁੱਟਿਆ ਹੈਗਾ ਕਿ ਉੱਥੇ ਖਾਣ ਲਈ ਵਨਸਪਤੀ ਨਹੀਂ ਹੈਗੀ ਸੀ, ਖਾਣ ਲਈ ਚੰਗਾ ਕੋਈ ਫਲ ਫਰੂਟ ਹੀ ਨਹੀਂ ਹੈਗਾ ਸੀ, ਖਾਣ ਲਈ ਕੋਈ ਸਬਜ਼ੀ ਨਹੀਂ ਪੈਦਾ ਹੋਈ। ਲੇਕਿਨ ਅਸੀਂ ਉਸ ਧਰਤੀ 'ਤੇ ਪੈਦਾ ਹੋਏ ਹਾਂ ਜਿੱਥੇ ਚਾਰੋਂ ਰੁੱਤਾਂ ਨੇ, ਔਰ ਚਾਰੋਂ ਰੁੱਤਾਂ 'ਚ ਅਲੱਗ-ਅਲੱਗ ਤਰ੍ਹਾਂ ਦੇ ਫਰੂਟਸ ਨੇ, ਸਬਜ਼ੀਆਂ ਨੇ, ਫਲ ਨੇ, ਔਰ ਹਰ ਤਰ੍ਹਾਂ ਦੀ ਚਟਨੀ, ਹਰ ਤਰ੍ਹਾਂ ਦਾ ਜੂਸ ਹੈ। ਅਲਟੀਮੇਟ ਹਰਬਸ ਨੇ ਇੱਥੇ, ਜਿਨ੍ਹਾਂ ਦੇ ਭਿਆਨਕ ਰੋਗਾਂ ਦੇ ਉੱਤੇ ਆਯੁਰਵੇਦਾ ਦੇ ਥਰੂ ਇਲਾਜ ਕੀਤੇ ਜਾ ਰਹੇ ਨੇ ਚੰਗੇ ਲੋਕ। ਤਾਂ ਕਹਿਣ ਦਾ ਮਤਲਬ ਕੀ ਹੈਗਾ ਕਿ ਅਸੀਂ ਅੱਛੀ ਧਰਤੀ 'ਤੇ ਪੈਦਾ ਹੋਏ ਹਾਂ। ਸਾਡੀ ਇੱਕੋ ਚੀਜ਼ ਦੀ ਕਮੀ ਹੈ ਕਿ ਅਸੀਂ, ਜਿਵੇਂ ਕਿ ਤੁਸੀਂ ਗੱਲ ਕੀਤੀ ਵੀ ਸਰਕਾਰ ਆਪਣੇ ਨੇ ਕਦੋਂ ਬੈਨ ਕੀਤਾ, ਲੇਟ ਕਿਉਂ ਬੈਨ ਕੀਤਾ। ਆਪਾਂ ਵੇਟ ਹੀ ਕਿਉਂ ਕਰੀਏ ਕਿ ਸਰਕਾਰਾਂ ਬੈਨ ਕਰਨ? ਅਸੀਂ ਆਪਣੇ ਆਪ ਨੂੰ ਸਰਕਾਰ ਤੋਂ ਇੱਕ ਕਦਮ ਅੱਗੇ ਕਿਉਂ ਨਹੀਂ ਲੈ ਕੇ ਆਉਂਦੇ? ਅਸੀਂ ਆਪਣੇ ਆਪ ਨੂੰ ਥੋੜ੍ਹਾ ਅਪਡੇਟ ਹੀ ਇੰਨਾ ਕੁ ਕਰ ਲਈਏ, ਗਿਆਨ ਨੂੰ ਆਪਣੇ ਅੰਦਰ ਇੰਨਾ ਕੁ ਭਰ ਲਈਏ ਕਿ ਅਸੀਂ ਸਰਕਾਰ ਨੂੰ ਦੱਸੀਏ ਕਿ ਸਰਕਾਰ ਜੀ ਆਹ ਚੀਜ਼ ਹੋ ਰਹੀ ਹੈ, ਇਹਨੂੰ ਬੰਦ ਕਰੀਏ। ਜਦੋਂ ਅਸੀਂ ਦਬਾਅ ਬਣਾਵਾਂਗੇ ਤਾਂ ਸਾਡੀ ਸਰਕਾਰ ਵੀ ਸਾਡੇ ਨਾਲ ਖੜ੍ਹ ਜਾਏਗੀ। ਡਾਕਟਰ ਸਾਹਿਬ, ਕਿਤੇ ਇਹਦੇ ਪਿੱਛੇ ਇਹ ਵੀ ਕਾਰਨ ਨਹੀਂ ਹੈਗਾ ਵੀ ਆਪਾਂ ਲੋਕ ਜਿੰਨੀ ਨਵੀਂ ਜਨਰੇਸ਼ਨ ਹੈ ਇਹ ਬਜ਼ੁਰਗਾਂ ਤੋਂ ਥੋੜ੍ਹੀ ਦੂਰ ਹੁੰਦੀ ਚਲੀ ਜਾ ਰਹੀ ਹੈ? ਉਹਦੇ ਪਿੱਛੇ ਵੀ ਜਿਹੜਾ ਇਹ ਇੱਕ ਕਾਰਨ ਬਣਦਾ ਜਾ ਰਿਹਾ ਕਿ ਜਿਹੜੇ ਜਾਣਕਾਰੀਆਂ ਬਜ਼ੁਰਗ ਸਾਡੇ ਸਾਂਝੀਆਂ ਕਰ ਦਿੰਦੇ ਸੀ ਬੱਚਿਆਂ ਦੇ ਨਾਲ ਵੀ ਇਹ ਖਾਣਾ ਪੁੱਤਰ, ਇਹ ਨਹੀਂ ਖਾਣਾ, ਇਹ ਨੁਕਸਾਨਦਾਇਕ ਹੈ, ਕਿਉਂਕਿ ਬਜ਼ੁਰਗਾਂ ਤੋਂ ਤਾਂ ਆਪਾਂ ਦੂਰ ਹੋ ਗਏ ਅਤੇ ਜਿਹੜੀਆਂ ਜਾਣਕਾਰੀਆਂ ਸਾਨੂੰ ਪੁਰਖਿਆਂ ਤੋਂ ਮਿਲਣੀਆਂ ਸੀ ਉਹ ਮਿਲੀਆਂ ਨਹੀਂ, ਅਤੇ ਉਹਦੇ ਕਰਕੇ ਵੱਡਾ ਨੁਕਸਾਨ ਹੋ। ਬਿਲਕੁਲ ਸਹੀ ਕਿਹਾ ਤੁਸੀਂ। ਔਰ ਜਦੋਂ ਅਸੀਂ ਆਪਣੀ ਜੜ੍ਹ ਨਾਲ ਟੁੱਟਾਂਗੇ ਤਾਂ ਦੇਖੋ, ਇੱਕ ਛੋਟੀ ਐਗਜ਼ਾਮਪਲ ਹੈ, ਜਦੋਂ ਆਪਾਂ ਬਾਜ਼ਾਰ ਫਰੂਟ ਖਰੀਦਣ ਜਾਂਦੇ ਹਾਂ ਨਾ ਮਾਰਕੀਟ ਦੇ ਵਿੱਚ, ਤਾਂ ਹਮੇਸ਼ਾ ਜਿਹੜਾ ਗੁੱਛਾ ਹੁੰਦਾ ਨਾ ਅੰਗੂਰ ਦਾ, ਅਸੀਂ ਉਹਨੂੰ ਹੱਥ ਪਾਉਂਦੇ ਹਾਂ
ਨਾ ਕਿ ਜਿਹੜਾ ਕੱਲਾ ਕੱਲਾ ਹੋਇਆ ਹੁੰਦਾ ਉਹਨੂੰ ਹੱਥ ਪਾਉਂਦੇ ਆ। ਔਰ ਪ੍ਰਾਈਜ਼ ਰੇਟ ਹੈ ਨਾ ਜਿਹੜਾ ਉਹ ਵੀ ਗੁੱਛੇ ਦਾ ਹੈ, ਜਿਹੜਾ ਕੱਲੇ ਕੱਲੇ ਦਾ ਨਹੀਂਗਾ। ਅੱਜ ਸਾਡੀ ਹਾਲਾਤ ਇਸ ਤਰ੍ਹਾਂ ਦੇ ਹੀ ਹੋ ਗਏ ਨੇ। ਅਸੀਂ ਜੇ ਆਪਣੇ ਬਜ਼ੁਰਗਾਂ ਨਾਲ ਟੁੱਟੇ ਆ ਤਾਂ ਅਸੀਂ ਆਪਣੇ ਗੁੱਛੇ ਨਾਲ ਟੁੱਟ ਗਏ ਆ। ਅੱਜ ਸਾਡਾ ਮੁੱਲ ਨਹੀਂ ਹੈਗਾ, ਠੀਕ ਆ। ਸਾਨੂੰ ਪਤਾ ਨਹੀਂ ਕਿਹੜਾ ਕਿਹੜਾ ਦੇਸ਼ ਕਿਵੇਂ ਵਰਤ ਰਿਹਾ। ਕੋਈ ਸਾਨੂੰ ਲੇਬਰ ਬਣਾ ਕੇ ਵਰਤ ਰਿਹਾ, ਠੀਕ ਹੈ। ਕੋਈ ਸਾਡੇ ਤੇ ਐਕਸਪੈਰੀਮੈਂਟ ਕਰਨ ਦੇ ਚੱਕਰ 'ਚ ਵਰਤ ਰਿਹਾ ਹੈਗਾ ਵੀ ਕਰੋਨਾ ਦਾ ਪਹਿਲਾਂ ਐਕਸਪੈਰੀਮੈਂਟ ਹੀ ਇਹਨਾਂ ਦੇ ਕਰੋ, ਵੇਖਦੇ ਕਿੰਨੇ ਮਰਦੇ ਕਿੰਨੇ ਬਚਦੇ ਹੈਗੇ, ਠੀਕ ਹੈ। ਕੋਈ ਸਾਡੇ ਤੇ ਅਲੱਗ-ਅਲੱਗ ਤਰ੍ਹਾਂ ਦੇ ਕਾਨੂੰਨ ਪਾਸ ਕਰਕੇ ਵਰਤ ਰਿਹਾ ਹੈਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਅੰਗਰੇਜ਼ਾਂ ਨੂੰ ਅਸੀਂ 200 ਸਾਲ ਤੱਕ ਜਿਹੜਾ ਲੜਾਈ ਲੜ ਕੇ ਇੱਥੋਂ ਬਾਹਰ ਕੱਢਿਆ ਵੀ ਅੰਗਰੇਜ਼ ਸਾਨੂੰ ਗੁਲਾਮ ਬਣ ਕੇ ਬੈਠੇ ਨੇ, ਅੱਜ ਅਸੀਂ ਆਪ ਗੁਲਾਮ ਹੋਣ ਲਈ ਉਹਨਾਂ ਦੇ ਦੇਸ਼ਾਂ 'ਚ ਜਾ ਰਹੇ ਹਾਂ, ਪੜ੍ਹ ਕੇ ਉਹਨਾਂ ਦੇ ਗੁਲਾਮ ਹੋਣ ਲਈ ਜਾ ਰਹੇ ਹਾਂ। ਜੀ। ਸੋ ਇਹਦੇ ਵਾਸਤੇ ਸਾਨੂੰ ਇਹ ਵਿਸ਼ਾ ਅਲਟੀਮੇਟ ਹੈ, ਬਹੁਤ ਡੂੰਘਾ ਵੱਡਾ ਹੈ। ਲੇਕਿਨ ਮੇਰੀ ਹੀ ਗੁਜ਼ਾਰਿਸ਼ ਹੈ ਦਰਸ਼ਕਾਂ ਨੂੰ ਵੀ ਕਿ ਆਪਾਂ ਸਾਰੇ ਇਹ ਬੜਾ ਹੀ ਬਹੁਤ ਹੀ ਜ਼ਿਆਦਾ ਮੈਂ ਕਹੂੰਗਾ ਕਿ ਸੰਜੀਦਾ ਵਿਸ਼ਾ ਹੈ, ਸੈਂਸਿਟਿਵ ਵਿਸ਼ਾ ਹੈ। ਇਸ ਵਿਸ਼ੇ ਤੇ ਸਾਨੂੰ ਵਾਰ-ਵਾਰ ਗੱਲਾਂ ਕਰਨੀਆਂ ਪੈਣਗੀਆਂ। ਇਸ ਵਿਸ਼ੇ ਤੇ ਸਾਨੂੰ ਵਾਰ-ਵਾਰ ਕੰਟੈਂਟ ਸ਼ੇਅਰ ਕਰਨੇ ਪੈਣਗੇ। ਇਸ ਵਿਸ਼ੇ ਤੇ ਮੇਰਾ ਵੀ ਵਾਅਦਾ ਹੈ ਕਿ ਜਿਹੜੀ ਵੀ ਨਵੀਂ ਕੋਈ ਜਰਨਲ ਨਵੀਂ ਰਿਸਰਚ ਸਾਡੇ ਸਾਹਮਣੇ ਆਏਗੀ ਉਹ ਦਰਸ਼ਕਾਂ ਨੂੰ ਆਪਾਂ ਪਾਸ ਆਊਟ ਕਰਦੇ ਰਵਾਂਗੇ, ਦੱਸਦੇ ਰਵਾਂਗੇ ਕਿ ਆਹ ਫਲਾਨੀ ਕੰਟਰੀ 'ਚ ਰਿਸਰਚ ਹੁਣ ਹੋ ਗਈ ਹੈ, ਇਸ ਕੰਟਰੀ 'ਚ ਹੋ ਗਈ ਹੈ ਰਿਸਰਚ, ਔਰ ਹਰ ਵਾਰੀ ਡਾਟਾ ਇਹਦੇ ਸ਼ੇਅਰ ਕਰਦੇ ਰਵਾਂਗੇ। ਕਿਉਂਕਿ ਜਦੋਂ ਜੀਨਸ ਹੀ ਸਾਡਾ ਨਹੀਂ ਰਿਹਾ, ਠੀਕ ਹੈ, ਤਾਂ ਸਾਡਾ ਇਸ ਧਰਤੀ ਤੇ ਵਜੂਦ ਵੀ ਨਹੀਂ ਰਹੇਗਾ। ਕਿਉਂਕਿ ਜੇ ਸਾਡੇ ਬੱਚੇ ਨਪੁੰਸਕ ਹੋ ਗਏ, ਠੀਕ ਹੈ, ਤਾਂ ਜਨਰੇਸ਼ਨ ਖਤਮ ਹੋ ਗਈ। ਔਰ ਮੈਂ ਇਹ ਨਹੀਂ ਕਹਿ ਰਿਹਾ ਕਿ ਆਪਣੇ ਇਸ ਉਦਮ ਨਾਲ ਇੰਨੇ ਵੱਡੇ ਅਜਗਰਾਂ ਨੂੰ ਆਪਾਂ ਰੋਕ ਪਾਵਾਂਗੇ ਜਾਂ ਨਹੀਂ ਪਾਵਾਂਗੇ, ਬਟ ਹਰ ਇੱਕ ਬੰਦਾ ਜੇ ਆਪਣੇ ਆਪ ਨੂੰ ਬਚਾ ਲੇਗਾ ਤਾਂ ਕੁਝ ਤਾਂ ਬਚ ਜਾਏਗਾ। ਬਿਲਕੁਲ, ਇਹ ਵੀ ਗੱਲ ਤੁਹਾਡੀ ਸਹੀ ਹੈ। ਔਰ ਨਾਲ ਮੈਂ ਵੀ ਕਮ ਸੇ ਕਮ ਸਾਨੂੰ ਇਹ ਤਾਂ ਪਤਾ ਹੋਵੇ ਕਿ ਅਸੀਂ ਮਰ ਕਿਉਂ ਰਹੇ ਹਾਂ। ਹੁਣ ਤੇ ਸਾਨੂੰ ਇਹ ਵੀ ਨਹੀਂ ਪਤਾ ਅਸੀਂ ਮਰ ਕਿਉਂ ਰਹੇ ਹਾਂ, ਸਾਡੀ ਕਿਉਂ ਹੀ ਕਲੀਅਰ ਨਹੀਂ ਹੈਗੀ। ਮਰਨ ਵਾਲਾ ਕਹਿੰਦਾ ਹੁਣ ਜੇ ਅੱਜ ਬੱਚੇ ਵੀਟ ਐਲਰਜੀ ਦੇ ਸ਼ਿਕਾਰ ਨੇ, ਜੇ ਅੱਜ ਬੱਚੇ ਹੁਣ ਜਿਵੇਂ ਵੀਟ ਐਲਰਜੀ ਤੋਂ ਯਾਦ ਆ ਗਿਆ, ਜਿਵੇਂ BT ਸੋਇਆ ਆਇਆ ਹੈਗਾ, ਇਹ ਵੀ GMO ਦੇ ਵਿੱਚ ਆਉਂਦਾ ਹੈਗਾ। ਥੋੜੇ ਜਿਹੇ ਪ੍ਰੋਡਕਟ ਬੋਲ ਦੋਗੇ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਜਾਏ ਵੀ ਹਾਂ ਇਹ ਪ੍ਰੋਡਕਟ ਹੈਗੇ ਨੇ, ਤੇ ਤਾਂ ਕਿ ਉਹ ਕੁਛ ਤਾਂ ਬਚਣ ਜਿਹਨਾਂ ਨੂੰ ਨਹੀਂ ਪਤਾ। ਬਿਲਕੁਲ, ਜੋ ਲਿਸਟਾਂ ਆਈਆਂ ਨੇ ਮੈਂ ਜ਼ਰੂਰ ਸ਼ੇਅਰ ਕਰੂੰਗਾ। ਸਭ ਤੋਂ ਪਹਿਲਾਂ ਤਾਂ ਕੌਰਨ ਆ ਜਾਂਦਾ, ਠੀਕ ਹੈ, ਮੱਕੀ ਦੇ ਦਾਣੇ ਆਉਂਦੇ ਜਿਹੜੇ ਸੇਮ ਸਾਈਜ਼ ਦੇ ਵਿੱਚ ਨੇ, ਉਹ GMO ਨੇ, ਠੀਕ ਹੈ। ਉਹਨੂੰ ਆਪਾਂ ਸਮਝਣਾ ਹੈਗਾ। ਦੂਸਰਾ ਹੈਗਾ ਸੋਇਆ, ਜਿਹੜੀ ਸੋਇਆਬੀਨ ਹੈਗੀ ਆ, ਇਹ 100% GMO ਹੈ। ਔਰ ਸੋਇਆ ਦੀ ਫਸਲ ਜਿਸ ਜ਼ਮੀਨ 'ਤੇ ਹੋ ਜਾਵੇ 11ਵੇਂ ਸਾਲ ਉਹ ਬੰਜਰ ਹੋ ਜਾਂਦੀ ਹੈ। ਸੋਇਆਬੀਨ ਆਇਲ ਵੀ ਵਿਕ ਰਿਹਾ ਨੈਚੁਰਲੀ ਹੈ ਉਹ। ਔਰ ਇਹਦੇ ਅੰਦਰ ਜਿਹੜਾ ਬੈਕਟੀਰੀਆ ਹੈ ਉਹ ਬੋਡੀ ਦੇ ਅੰਦਰ ਜਾ ਕੇ ਸਾਡੀ ਆਂਤੜੀਆਂ ਦੇ ਅੰਦਰ DNA ਨੂੰ ਤੋੜ ਕੇ, ਠੀਕ ਹੈ, ਔਰ ਸਾਡੇ ਜੀਨਸ ਨੂੰ ਰਿਪਲੇਸ ਕਰਨ ਦਾ ਕੰਮ ਕਰਦਾ ਹੈ। ਜ਼ਿੰਮੇਵਾਰੀ ਵਾਲੀ ਗੱਲ ਹੈ ਪੂਰੀ, ਪੱਕਾ ਸਰ ਰਿਸਰਚ ਬੋਲ ਰਹੀਆਂ ਨੇ, ਮੈਂ ਨਹੀਂ ਬੋਲ ਰਿਹਾ, ਠੀਕ ਹੈ। ਹਾਂ, ਔਰ ਤੀਸਰੇ ਨੰਬਰ ਤੇ ਸ਼ੂਗਰ, ਖੰਡ, ਇਹ ਵੀ GMO ਕਰਕੇ ਹੋ ਰਹੀ। GMO ਬਣਾ ਦਿੱਤੀ ਗਈ। ਪਹਿਲਾਂ ਸੀ ਸ਼ੂਗਰ ਕੇਨ ਤੋਂ, ਖੰਡ ਜਿਹੜੀ ਹੈਗੀ ਆ ਪਹਿਲਾਂ ਗੰਨੇ ਤੋਂ ਸੀ। ਹੁਣ ਇੱਕ ਨਵੀਂ ਬੀਟਰੂਟ ਆਈ ਹੈ, ਇਹਨਾਂ ਨੇ GMO ਬੀਟਰੂਟ ਤਿਆਰ ਕੀਤੀ ਹੈ। ਉਸ ਬੀਟਰੂਟ ਤੋਂ ਖੰਡ ਬਣ ਰਹੀ ਹੈ, ਉਹ GMO ਆ, ਜਿਹੜੀ ਕਿ ਪੋਇਜ਼ਨ ਦਾ ਕੰਮ ਕਰਦੀ ਹੈ। ਸਲਫਰ ਜਿਹਦੇ ਚ ਪੈ ਕੇ ਸਲਫਰ ਤਾਂ ਆਲਰੇਡੀ ਗੰਨੇ ਵਾਲੀ 'ਚ ਵੀ ਪੈਂਦਾ, ਲੇਕਿਨ ਉਹਦਾ ਰॉ ਮਟੀਰੀਅਲ ਗੰਨਾ ਆ ਗਿਆ ਨਾ, ਠੀਕ ਹੈ। ਇਹਦੇ ਬੀਟਰੂਟ ਤਿਆਰ ਕੀਤੀ ਗਈ ਹੈ, ਸ਼ਕਰਕੰਦੀ ਇਸ ਤਰ੍ਹਾਂ ਦੀ ਤਿਆਰ ਕੀਤੀ ਗਈ ਹੈ ਇੱਕ ਕਿ ਉਹਦਾ ਜਿਹੜਾ ਸੀਡ ਹੈ ਉਹ GMO ਆ, ਉਹਨੂੰ ਅੱਗੇ ਖੰਡ ਬਣਾਉਣ ਦੇ ਕੰਮ ਲਿਆ ਜਾਂਦਾ ਹੈਗਾ, ਠੀਕ ਹੈ, ਜਿਹੜਾ ਬੋਡੀ ਦੇ ਅੰਦਰ ਅੱਛਾ ਜਿੰਨੇ ਵੀ GMO ਜੀਨਸ ਵਾਲਾ ਜਿਹੜਾ ਖੇਡ ਹੈ ਨਾ, ਇਹਦੇ ਅੰਦਰ ਇਸ ਤਰ੍ਹਾਂ ਦਾ ਬੈਕਟੀਰੀਆ ਬੋਡੀ 'ਚ ਚਲੇ ਜਾਂਦਾ, ਜਿਹੜਾ ਚਲੇ ਤਾਂ ਜਾਂਦਾ ਹੈ, ਨਿਕਲਦਾ ਨਹੀਂ। ਹੁਣ ਸੋਇਆਬੀਨ ਦੇ ਰਾਹੀਂ ਜੋ ਚਲਾ ਗਿਆ ਬੰਦਾ, ਉਸ ਤੋਂ ਬਾਅਦ ਸੋਇਆ ਖਾਣਾ ਬੰਦ ਕਰ ਦੇਵੇ, ਲੇਕਿਨ ਉਹ ਆਪਦੇ ਜਿਹੜੇ ਬੈਕਟੀਰੀਆ ਨੇ ਉਹ ਖਤਮ ਨਹੀਂ ਹੋ ਪਾਉਣਗੇ, ਉਹ ਅੰਦਰ ਹੀ ਰਹਿਣਗੇ, ਠੀਕ ਹੈ। ਔਰ ਉਹਦੇ ਨਾਲ ਜਿਹੜਾ ਆਟੋਇਮਿਊਨ ਡਿਸਆਰਡਰ ਆਉਣਾ ਹੀ ਆਉਣਾ ਹੈ। ਕਾਰਨ ਵੀ ਤਾਂ ਹੈ ਨਾ ਡਾਕਟਰ ਸਾਹਿਬ, ਕਿਉਂਕਿ ਉਹ ਬੀਜ ਬਣਾਇਆ ਹੀ ਇਸ ਕਰਕੇ ਆ ਵੀ ਉਹ ਖਤਮ ਨਾ ਹੋਵੇ, ਉਹਨੂੰ ਕੀੜਾ ਨਾ ਖਾ ਜੇ, ਉਹਦੇ ਤੇ ਕੋਈ ਕਿਸੇ ਚੀਜ਼ ਦਾ ਹਮਲਾ ਨਾ ਹੋਵੇ, ਉਹ ਬਣਾਇਆ ਹੀ ਇਸ ਕਰਕੇ ਗਿਆ। ਤੇ ਜੇ ਉਹ ਬਾਡੀ ਦੇ ਅੰਦਰ ਵੀ ਜਾਏਗਾ ਤਾਂ ਫਿਰ ਉਹ ਖਤਮ ਨਹੀਂ ਹੋਏਗਾ ਨਾ, ਉਹ ਕਿਵੇਂ ਖਤਮ ਹੋ ਜਾਏਗਾ? ਹਾਂ, ਉਹਦੀ ਪ੍ਰਕਿਰਤੀ ਦੀ ਜਿਹੜੀ ਨੇਚਰ ਆ ਉਹਦੀ ਖਤਮ ਹੋ ਜਾਂਦੀ ਹੈ। ਅੱਛਾ, ਸੋਇਆਬੀਨ ਦੇ ਉੱਤੇ ਇੱਕ ਹੋਰ ਚੀਜ਼ ਵੀ ਹੈਗੀ ਆ, ਇਹਨੂੰ ਤਿਆਰ ਇਸ ਕਰਕੇ ਕੀਤਾ ਗਿਆ ਸੀ ਕਿ ਯੂਰਪ ਦੇ ਵਿੱਚ ਮੀਟ ਦੀ, ਬੀਫ ਦੀ ਜਿਹੜੀ ਲਾਗਤ ਆ ਬਹੁਤ ਜ਼ਿਆਦਾ ਹੈ, ਤਾਂ ਉਹਨਾਂ ਨੇ ਕੋਈ ਸੂਅਰ ਖਾਂਦਾ ਵਾ, ਕੋਈ ਬੀਫ ਖਾਂਦਾ ਵਾ, ਤਾਂ ਉਹਨਾਂ ਜਾਨਵਰਾਂ ਦੇ ਅੰਦਰ ਪ੍ਰੋਟੀਨ ਤੇ ਫੈਟ ਦੀ ਮਾਤਰਾ ਵਧਣ ਵਾਸਤੇ ਸੋਇਆਬੀਨ ਤਿਆਰ ਕੀਤਾ ਕਿ ਇਹਨੂੰ ਸੋਇਆਬੀਨ ਖਾਏਗਾ ਤੇ ਇਹਦੇ ਅੰਦਰੋਂ ਵਧੇਗੀ। ਅੱਛਾ, ਫਿਰ ਚੈਲੰਜ ਸੀ ਵੀ ਇਹਨੂੰ ਪੈਦਾ ਕਿੱਥੇ ਕਰੀਏ, ਕਿਉਂਕਿ ਜਿਨ੍ਹਾਂ ਨੇ ਖੋਜ ਕੀਤੀ ਸੀ ਉਹਨਾਂ ਨੇ ਪਤਾ ਸੀ ਜਿੱਥੇ ਪੈਦਾ ਕਰਾਂਗੇ ਉਹ ਜ਼ਮੀਨ ਬੰਜਰ ਹੋ ਜਾਏਗੀ। ਉਹ ਕਹਿੰਦੇ ਚਲੋ
ਇੰਡੀਆ। ਹਾਂ, ਅੱਜ ਪੂਰੇ ਮੱਧ ਪ੍ਰਦੇਸ਼ ਦੇ ਅੰਦਰ ਇਹਦੀ ਖੇਤੀ ਹੁੰਦੀ ਹੈ, ਔਰ 10 ਸਾਲਾਂ ਬਾਅਦ ਜ਼ਮੀਨ ਬੰਜਰ ਹੋ ਜਾਂਦੀ ਹੈ। ਗੈਟਿੰਗ ਤੋਂ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ। ਨੈਕਸਟ ਆ ਗਿਆ ਪਪਾਇਆ। ਹਾਂ, ਪਪੀਤੇ ਦੇ ਵਿੱਚ ਵੀ ਇਸ ਤਰ੍ਹਾਂ ਦੇ ਸੀਡ ਆ ਚੁੱਕੇ ਨੇ, ਠੀਕ ਹੈ, ਜਿਹੜੇ GMO ਨੇ। ਉਸ ਤੋਂ ਅੱਗੇ ਆ ਗਿਆ ਕਨੋਲਾ ਆਇਲ, ਕਨੋਲਾ, ਠੀਕ ਹੈ, ਔਰ ਬੜੀ ਤਾਦਾਦ 'ਚ ਲੋਕ ਖਰੀਦਦੇ ਵੀ ਨੇ ਉਹਨੂੰ, ਠੀਕ ਹੈ। ਕਨੋਲਾ ਆਇਲ ਇਹ ਵੀ GMO ਹੀ ਹੈ, ਜਿਹਨੂੰ ਸਰੋਂ ਕਿਹਾ ਜਾ ਰਿਹਾ ਹੈ, ਠੀਕ ਹੈ, ਉਹ ਵੀ GMO ਦੇ ਵਿੱਚ ਦਾ ਹੀ ਸੀਡ ਹੈ। ਕਾਟਨ ਸੀਡ ਆਇਲ ਇਹ ਵੀ ਦੱਸਿਆ ਜਾ ਰਿਹਾ ਕਿ GMO ਹੈਗਾ। ਔਰ ਬਹੁਤ ਸਾਰੇ ਐਗਸ, ਠੀਕ ਹੈ, ਆਂਡੇ, ਠੀਕ ਹੈ, ਉਹ ਵੀ ਹੈਗੇ। ਔਰ ਦੂਸਰਾ ਜਿਹੜਾ ਆਂਡਾ ਵਿੱਚੋਂ ਪੀਲਾ ਨਹੀਂ ਹੈ ਉਹ GMO ਹੈ, ਦੈਟ ਮੀਨਸ ਜੀ 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 ਜਲਦੀ ਪੀਲੀ ਨਹੀਂ, ਜੱਜਰ ਦੀ ਪੀਲੀ GMO ਆ। ਇੱਕ ਚੀਜ਼ ਹੋਰ ਹੈਗੀ ਹੈ, ਬਹੁਤ ਸਾਰੀ ਜਿਹੜਾ ਛਿੜਕਾਓ ਹੋ ਰਿਹਾ ਪੈਸਟੀਸਾਈਡ ਦਾ, ਇਨਸੈਕਟੀਸਾਈਡ ਦਾ, ਸਾਈਡ ਦਾ, ਉਹ ਜਦੋਂ ਪਸ਼ੂ ਖਾਂਦੇ ਨੇ ਤਾਂ ਪਸ਼ੂਆਂ ਦੇ ਉਹ ਸਰੀਰ ਦਾ ਹਿੱਸਾ ਬਣਿਆ। ਔਰ ਪਸ਼ੂਆਂ ਤੋਂ ਬਾਅਦ ਜੋ ਅਸੀਂ ਮੈਨੂੰ ਤੋਂ ਮਟੀਰੀਅਲ ਲੈਂਦੇ ਹੈਗੇ ਆ, ਚਾਹੇ ਕਿਸੇ ਗਾਂ ਤੋਂ, ਮੱਝ ਤੋਂ ਅਸੀਂ ਦੁੱਧ ਲੈਂਦੇ ਹਾਂ, ਉਸ ਤੋਂ ਬਾਅਦ ਸਾਡਾ ਹਿੱਸਾ ਬਣ ਜਾਂਦਾ ਹੈਗਾ, ਠੀਕ ਹੈ। ਚਾਹੇ ਕੋਈ ਅੰਡਾ ਖਾਂਦਾ ਹੈਗਾ ਤਾਂ ਉਹਨੂੰ, ਅੱਛਾ ਹੁਣ ਜਿਹੜੀ ਆਪਣਾ ਪਸ਼ੂਆਂ ਨੂੰ ਪਾਈ ਜਾਣ ਵਾਲੀ ਖਲ ਹੈ, ਠੀਕ ਹੈ, ਉਹਦੀ ਵੀ ਵਜ੍ਹਾ ਜਿਹੜੀ ਅੱਗੇ ਜਾ ਕੇ ਬਣਦੀ ਹੈ ਕਿਉਂਕਿ ਖਲ ਪਸ਼ੂ ਨੇ ਖਾਧੀ। ਇਹੀ ਰੀਜ਼ਨ ਨੇ ਕਿ ਪਸ਼ੂਆਂ ਨੂੰ ਅੱਜ ਬਿਮਾਰੀਆਂ ਬਹੁਤ ਜ਼ਿਆਦਾ, ਕਦੀ ਪਹਿਲਾਂ ਪਸ਼ੂ ਨੂੰ ਅਟੈਕ ਹੁੰਦਾ ਨਹੀਂ, ਤੁਸੀਂ ਸੁਣਿਆ ਹੋਵੇਗਾ। ਅੱਜ ਦੇ ਸਮੇਂ ਬਹੁਤ ਸਾਰੇ ਪਸ਼ੂਆਂ ਦੀ ਮੌਤ ਹੋ ਰਹੀ ਹੈ, ਪਤਾ ਨਹੀਂ ਖੜਾ ਪਸ਼ੂਆਂ ਨੂੰ, ਕੁੱਤਿਆਂ ਨੂੰ ਜਿਹੜੀ UTI ਹੋ ਰਹੀ ਹੈ। ਜੀ 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 ਜੀ। ਤਾਂ ਸਰ ਜਦੋਂ ਅਸੀਂ ਨੇਚਰ ਨਾਲ ਹੀ ਛੇੜਖਾਨੀ ਕਰ ਲਈ, ਜਦੋਂ ਅਸੀਂ ਜੀਨਸ ਹੀ ਬਦਲਤੇ, ਠੀਕ ਹੈ, ਤਾਂ ਜੇ ਸਰ ਟਮਾਟਰ 'ਚ ਉਹਦਾ ਫਿਸ਼ ਦਾ DNA ਜੀਨਸ ਐਡ ਹੋਏਗਾ, ਬੈਂਗਨ ਦੇ ਵਿੱਚ ਬਿੱਛੂ ਦਾ, ਠੀਕ ਹੈ, ਤਾਂ ਅਲਟੀਮੇਟ ਸਾਡੀ ਬਾਡੀ ਦਾ ਹਿੱਸਾ ਬਣ ਗਿਆ ਨਾ। ਅਸੀਂ ਤੁਹਾਨੂੰ ਖਾਣੇ ਹੈਗੇ ਆ। ਔਰ ਜਿੰਨੇ ਹਾਈਬ੍ਰਿਡ ਚੀਜ਼ਾਂ ਨੇ ਅਜੇ ਤਾਂ ਫਿਲਹਾਲ ਉਹਨਾਂ 'ਚ ਪੂਰੀ ਕੈਟਾਗਰੀ ਅੱਗੇ ਨਹੀਂ ਆਈ, ਲੇਕਿਨ ਇਹ ਪਤਾ ਕਿ ਹਾਈਬ੍ਰਿਡ ਆ ਔਰ ਇਹਨੂੰ ਲੈਬ 'ਚ ਤਿਆਰ ਕੀਤਾ ਗਿਆ। ਹੁਣ ਕਿਵੇਂ ਤਿਆਰ ਕੀਤਾ ਗਿਆ ਹੈਗਾ, ਜਿਵੇਂ ਜਿਵੇਂ ਬਾਹਰ ਆਏਗਾ, ਲੇਕਿਨ ਸਾਈਡ ਇਫੈਕਟ ਸਭ ਨੂੰ ਆ ਰਹੇ ਨੇ। ਸੋ ਕਹਿਣ ਦਾ ਮਤਲਬ ਸਾਨੂੰ ਦੇਸੀ ਚੀਜ਼ਾਂ, ਸਾਡੀਆਂ ਜਿਹੜੀਆਂ ਪੁਰਾਤਨ ਚੀਜ਼ਾਂ, ਉਹਨਾਂ ਵੱਲ ਖੁਦ ਕਦਮ ਵਧਾਉਣੇ ਪੈਣਗੇ। ਭਾਵੇਂ ਸਰ ਅਸੀਂ ਪਿੰਡ 'ਚ ਰਹਿ ਰਹੇ ਹਾਂ, ਭਾਵੇਂ ਅਸੀਂ ਮੈਟਰੋ ਸਿਟੀ 'ਚ ਰਹਿ ਰਹੇ ਹਾਂ, ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ, ਜਿੰਦਾ ਰਹਿਣ ਵਾਸਤੇ ਰਹਿ ਰਹੇ ਹਾਂ ਨਾ, ਤੇ ਜਿੰਦਾ ਰਹਿਣ ਦਾ ਅਧਿਕਾਰ ਪਿੰਡ ਵਾਲੇ ਦਾ ਵੀ ਹੈ ਤੇ ਮੈਟਰੋ ਸਿਟੀ ਵਾਲੇ ਦਾ ਵੀ ਹੈ। ਜਿੰਦਾ ਰਹਿਣ ਦਾ ਅਧਿਕਾਰ ਅੰਗੂਠਾ ਛਾਪ ਦਾ ਵੀ ਹੈ ਤੇ ਇੱਕ PhD ਹੋਲਡਰ ਦਾ ਵੀ, ਰਾਸ਼ਟਰਪਤੀ ਦਾ ਵੀ ਹੈ, ਠੀਕ ਹੈ। ਤੇ ਸਾਰਿਆਂ ਨੂੰ ਸਰ ਜਿੰਦਾ ਰਹਿਣ ਦੇ ਲਈ ਸਾਨੂੰ ਅੱਛੀ ਚੀਜ਼ ਚਾਹੀਦੀ ਹੈ। ਇਸ ਕਰਕੇ ਇਹਦੇ 'ਚ ਕੋਈ ਸਟੇਟਸ ਸਿੰਬਲ ਨਹੀਂ ਸਾਨੂੰ ਅੱਗੇ ਲਿਆਉਣਾ ਚਾਹੀਦਾ ਕਿ ਜੀ ਮੈਂ ਮੈਟਰੋ ਸਿਟੀ 'ਚ ਹਾਂ ਜੀ, ਮੈਂ ਇੰਨਾ ਪੜ੍ਹਿਆ ਲਿਖਿਆ ਤੇ ਮੈਂ ਆਪਣੇ ਹੱਥ ਕਿਉਂ ਗੰਦੇ ਕਰਾਂ। ਆਪਣੇ ਟੈਰਿਸ ਦੇ ਉੱਪਰ, ਆਪਣੀ ਰੂਫ ਦੇ ਉੱਪਰ ਤੁਸੀਂ ਆਪਣਾ ਛੋਟਾ ਗਾਰਡਨ ਬਣਾਓ, ਆਪਣੇ ਹੱਥੀਂ ਦੇਸੀ ਬੀਜ ਲਗਾਓ। ਅੱਛਾ, ਜਦੋਂ ਅਸੀਂ ਦੇਸੀ ਬੀਜ ਨੂੰ ਲਗਾਉਣਾ ਸ਼ੁਰੂ ਕਰਾਂਗੇ, ਡਿਮਾਂਡ ਆਏਗੀ ਤੇ ਇਹਦੇ ਬਾਰੇ ਇਹਨਾਂ ਦੀ ਬਹੁਤ ਸਾਰੀ ਅਸੀਂ ਸਾਂਭ ਸੰਭਾਲ ਕਰਾਂਗੇ ਸੀਡਸ ਦੀ। ਜੇ ਸਾਂਭ ਸੰਭਾਲ ਨਹੀਂ ਕਰਾਂਗੇ, ਅਗਲੇ ਨੇ ਬਦਲ ਦੇਣੇ ਆ, ਅਗਲੀ ਜਨਰੇਸ਼ਨ ਨੂੰ ਪਤਾ ਨਹੀਂ ਲੱਗਣਾ ਵੀ ਪਿਛਲਾ ਦੇਸੀ ਬੀਜ ਕਿਹੜਾ ਸੀ। ਉਹ ਇੱਕ ਗੈਪ ਕ੍ਰੀਏਟ ਹੋ ਜਾਣਾ, ਅਗਲੇ ਨੂੰ ਫਾਇਦਾ ਮਿਲ ਗਿਆ। ਤੇ ਕਮ ਸੇ ਕਮ ਅਸੀਂ ਜਦੋਂ ਅਸੀਂ ਆਪਣੇ ਹੱਥੀਂ ਉਗਾਵਾਂਗੇ ਨਾ, ਤਾਂ ਉਹਦੀ ਨਸਲ ਪਤਾ ਲੱਗੇਗੀ, ਉਹਦੀ ਸਮਝ ਪਤਾ ਲੱਗੇਗੀ। ਅੱਜ ਤੁਸੀਂ ਕਰੇਲੇ ਦੀ ਵੱਲ ਲਗਾ ਲਓ, ਤਾਂ ਕਰੇਲੇ ਦੇ ਉੱਤੇ ਜੇ ਤੁਸੀਂ ਪੈਸਟੀਸਾਈਡ ਨਾ ਪਾਇਆ, ਤੁਸੀਂ ਕਰੇਲਾ ਖਾ ਕੇ ਦਿਖਾ ਦਿਓ ਮੈਨੂੰ, ਉਹਦੇ ਸੁੰਡੇ ਪੈ ਜਾਂਦੇ ਨੇ। ਕਿਉਂ? ਉਹਦੀ ਇਮਿਊਨਿਟੀ ਨਹੀਂ ਹੈ ਸਾਡੇ ਐਟਮੋਸਫੇਅਰ, ਸਾਡੀ ਗਰਮੀ ਦੇ ਵਿੱਚ ਰਹਿਣ ਦੀ, ਕਿਉਂਕਿ ਉਹ ਲੈਬ ਦਾ ਹੈ। ਜੇ ਉਹ ਪੁਰਾਣਾ ਬੀਜ ਹੋਵੇ ਤਾਂ ਉਹਦੀ ਇਮਿਊਨਿਟੀ ਹੈ, ਠੀਕ ਹੈ, ਤਾਂ ਉਸ ਹਰ ਤਰ੍ਹਾਂ ਦੇ ਐਟਮੋਸਫੇਅਰ ਨੂੰ ਝੱਲਦਾ, ਉਹਨੂੰ ਜ਼ਿਆਦਾ ਇਸ ਤਰ੍ਹਾਂ ਦੇ ਪੈਸਟੀਸਾਈਡ ਦੀ ਜ਼ਰੂਰਤ ਪੈਂਦੀ ਹੀ ਨਹੀਂ। ਅੱਛਾ, ਫਿਰ ਅੱਗੇ ਬੀਜ ਇਸ ਤਰ੍ਹਾਂ ਦੇ ਤਿਆਰ ਕਰ ਦਿੱਤੇ ਗਏ ਕਿ ਤੁਹਾਡੀ ਮਜਬੂਰੀ ਹੋਏਗੀ ਪੈਸਟੀਸਾਈਡ ਖਰੀਦਣਾ ਤੇ ਯੂਜ਼ ਕਰਨਾ। ਕਿਉਂ? ਬੀਜ ਤਿਆਰ ਕਰਨ ਵਾਲੀ ਕੰਪਨੀ ਵੀ ਉਹ ਤੇ ਪੈਸਟੀਸਾਈਡ ਵੇਚਣ ਵਾਲੀ ਕੰਪਨੀ ਵੀ ਉਹ, ਠੀਕ ਹੈ। ਤਾਂ ਸੋ ਸ਼ਾਰਟ ਦੇ ਅੰਦਰ ਆਈ ਥਿੰਕ ਇੰਨੀ ਜਾਣਕਾਰੀ ਅੱਜ ਰੈਫਰੈਂਸ ਦੇ ਤੌਰ ਤੇ ਦਰਸ਼ਕਾਂ ਲਈ ਬਹੁਤ ਹੋਏਗੀ। ਅੱਗੇ ਜਿਵੇਂ ਜਿਵੇਂ ਇਹ ਬੜਾ ਸੰਜੀਦਾ ਔਰ ਸੈਂਸਿਟਿਵ ਵਿਸ਼ਾ ਹੈ, ਔਰ ਮੈਂ ਵਾਅਦਾ ਕੀਤਾ ਔਨ ਕੈਮਰਾ ਕਿ ਜਿਵੇਂ ਜਿਵੇਂ ਇਹਦੇ ਬਾਰੇ ਕੋਈ ਰਿਸਰਚ ਆਪਣੇ ਕੋਲ ਆਏਗੀ, ਆਪਾਂ ਦਰਸ਼ਕਾਂ ਦੇ ਅੱਗੇ ਰੱਖਾਂਗੇ, ਤਾਂ ਜੋ ਅਸੀਂ ਆਪਣੇ ਕਮ ਸੇ ਕਮ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖ ਸਕੀਏ, ਆਪਣੇ ਘਰ ਦੇ ਮੈਂਬਰਾਂ ਨੂੰ, ਮੀਨਸ ਮੇਰਾ ਦੇਸ਼, ਆਪਣਾ ਪੰਜਾਬ, ਅਸੀਂ ਇਹਨਾਂ ਤੱਕ ਜਾਣਕਾਰੀ ਪ੍ਰੋਵਾਈਡ ਕਰਵਾਈਏ। ਔਰ ਅਸੀਂ ਸਾਰੇ ਰਲ ਕੇ, ਇਹ ਕੋਈ ਇਕੱਲਿਆਂ ਦੇ ਕਰਨ ਵਾਲਾ ਕੰਮ ਨਹੀਂ ਹੈਗਾ, ਸਾਰੇ ਰਲ ਕੇ ਇਸ ਵੀਡੀਓ ਨੂੰ ਸੁਣਨ ਵਾਲਾ ਹੋ ਸਕਦਾ ਬਜ਼ੁਰਗ ਵੀ ਹੋਵੇ ਜਿਹਨੇ ਆਪਣੀ ਜਵਾਨੀ ਦੇ ਵਿੱਚ ਦੇਸੀ ਬੀਜ ਦੇਖੇ ਨੇ ਔਰ ਅੱਜ ਉਗਾ ਵੀ ਰਿਹਾ ਹੋਵੇ। ਔਰ ਮੇਰੀ ਰਿਕੁਐਸਟ ਹੈ, ਜਿਨ੍ਹਾਂ ਦੇ ਘਰ ਦੇ ਵਿੱਚ ਵੀ ਦੇਸੀ ਬੀਜ ਨੇ ਕਿਸੇ ਵੀ ਫਸਲ ਦੇ, ਉਹ ਜ਼ਰੂਰ ਨੀਚੇ ਕਮੈਂਟ ਬਾਕਸ ਦੇ ਵਿੱਚ ਆਪਣਾ ਨਾਮ ਔਰ ਨੰਬਰ ਜ਼ਰੂਰ ਐਡ ਕਰਿਓ ਜੀ, ਠੀਕ ਹੈ। ਅਸੀਂ ਤੁਹਾਡੇ ਨਾਲ ਕੰਟੈਕਟ ਕਰਾਂਗੇ ਔਰ ਉਹ ਜਿਹੜੇ ਬੀਜ ਨੇ ਉਹਨਾਂ ਨੂੰ ਆਪਾਂ ਹੋਰ ਪਰਿਵਾਰਾਂ ਤੱਕ ਵੀ ਪਹੁੰਚਾਵਾਂਗੇ, ਤਾਂ ਜੋ ਹਰ ਇਨਸਾਨ ਆਪਣੇ ਘਰੇ ਭਾਵੇਂ ਛੋਟਾ ਜਿਹਾ ਗਮਲਾ ਲਗਾਉਣ ਦੀ ਵੀ ਜਗ੍ਹਾ ਹੈ ਨਾ, ਤਾਂ ਆਪਾਂ ਉਹਨੂੰ ਵੀ ਇੱਕ ਉੱਦਮ ਦੇ ਸਕੀਏ। ਭਾਈ ਸਾਹਿਬ, ਜੇ ਤੇਰੇ ਕੋਲ ਫੁੱਟ ਬਾਏ ਫੁੱਟ ਦੀ ਵੀ ਜਗ੍ਹਾ ਹੈ, ਤੂੰ ਇਹਦੇ 'ਚ ਹੀ ਗਮਲਾ ਲਗਾ ਲਾ ਤੇ ਇੱਕ ਬੀਜ ਲਗਾ ਲਾ, ਠੀਕ ਹੈ, ਤਾਂ ਜੋ ਉਹ ਆਪਣੀ ਅਗਲੀ ਜਨਰੇਸ਼ਨ ਨੂੰ ਇੱਕ ਜੀਵਨ ਦਾ ਇੱਕ ਹਿੱਸਾ ਦੇ ਕੇ ਜਾਵੇ।
ਠੀਕ ਹੈ। ਤਾਂ ਇਹ ਬੜਾ ਸੈਂਸਿਟਿਵ ਵਿਸ਼ਾ ਹੈ ਔਰ ਥੈਂਕਸ ਕੁਲਵੰਤ ਜੀ ਤੁਹਾਡਾ ਵੀ ਕਿ ਤੁਸੀਂ ਇਸ ਵਿਸ਼ੇ ਨੂੰ ਚੁਣਿਆ ਔਰ ਦਰਸ਼ਕਾਂ ਦੇ ਅੱਗੇ ਆਪਾਂ ਅੱਜ ਰੱਖ ਪਾਏ ਹੈਗੇ ਆ। ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਕਿ ਤੁਸੀਂ ਵੀ ਐਡੀ ਵਡਮੁੱਲੀ ਜਾਣਕਾਰੀ ਪੂਰੀ ਰਿਸਰਚ ਕਰਕੇ ਕੱਢੀ ਹੈ। ਹੁਣ ਜਾਂਦੇ ਜਾਂਦੇ ਜਿਹੜੇ ਡਰੇ ਹੋਏ ਲੋਕ ਨੇ, ਜਿਹੜੇ ਦੇਖ ਰਹੇ ਨੇ, ਬਹੁਤ ਕੰਬ ਰਹੇ ਨੇ ਅੰਦਰੋਂ ਅੰਦਰੀ, ਉਹਨਾਂ ਨੂੰ ਵੀ ਦੱਸ ਦਿਓ ਜਿਹੜੇ ਖਾ ਚੁੱਕੇ ਨੇ ਉਹ ਕੀ ਕਰਨ। ਆਪਣੀ ਇਮਿਊਨਿਟੀ ਨੂੰ ਸੇਫ ਕਰੋ। ਖਾ ਕੇ ਹੁਣ ਖਾ ਤਾਂ ਲਿਆ, ਹੁਣ ਸਾਨੂੰ ਪਤਾ ਹੀ ਨਹੀਂ ਸੀ ਅੱਜ ਤੱਕ, ਆਪਾਂ ਬਹੁਤ ਚੀਜ਼ਾਂ ਖਾ ਲਈਆਂ ਜਿਹੜੀਆਂ ਤੁਸੀਂ ਗਿਣਾਤੀਆਂ ਤੇ ਜਿਹੜੀਆਂ ਹਾਲੇ ਆਪਾਂ ਗਿਣਾਈਆਂ ਵੀ ਨਹੀਂ ਹੈਗੀਆਂ, ਜਿਹੜੀਆਂ ਆਪਾਂ ਜਿਹੜੀਆਂ ਬਜ਼ੁਰਗਾਂ ਨੂੰ ਜਾ ਕੇ ਪੁੱਛਣੀਆਂ ਨੇ ਵੀ ਕਿੱਦਾਂ ਦੀ ਹੁੰਦੀ ਸੀ ਆਪਣੇ ਟਾਈਮ ਤੇ, ਖਾ ਕੇ ਆਪਾਂ ਉਹ ਨੁਕਸਾਨ ਤਾਂ ਕਰ ਲਿਆ ਬੋਡੀ ਦੇ ਅੰਦਰ। ਹੁਣ ਉਹ ਚੀਜ਼ਾਂ ਚਲੀਆਂ ਵੀ ਗਈਆਂ, ਸ਼ਾਰਟਕਟ ਤੋਂ ਜਾਂਦੇ ਨੇ, ਉਹ ਵੀ ਦੱਸ ਦਿਓ ਕਿ ਉਹ ਤੋਂ ਕਿਵੇਂ ਬਚਣ। ਜੀ ਇਹਦਾ ਬੜਾ ਸਿੰਪਲ ਜਿਹਾ ਆਨਸਰ ਹੈ ਕਿ ਪ੍ਰਕਿਰਤੀ ਨੇ ਸਾਡਾ ਸਰੀਰ ਕੁਦਰਤੀ ਨਿਯਮ ਤੇ ਕੁਦਰਤੀ ਸਾਇੰਸ 'ਚ ਬਣਾਇਆ। ਤੈਨੂੰ ਜਿੰਦਾ ਤੇ ਤੰਦਰੁਸਤ ਰੱਖਣਾ ਹੈ ਤਾਂ ਸਾਨੂੰ ਕੁਦਰਤੀ ਨਿਯਮ ਫੋਲੋ ਕਰਨੇ ਪੈਣਗੇ। ਤਾਂ ਕੁਦਰਤੀ ਨਿਯਮ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਕਿ ਆਪਣੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਬਚਾਓ। ਔਰ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਸਰੀਰ ਨੂੰ ਅਗਰ ਭੁੱਖ ਲੱਗੇ ਤੇ ਖਾਣਾ ਵੀ ਕੁਦਰਤੀ ਦੇਵੋ। ਸਰੀਰ ਨੂੰ ਅਗਰ ਕੋਈ ਬਿਮਾਰੀ ਲੱਗੇ ਜਾਂ ਬਿਮਾਰ ਹੋ ਜਾਵੇ ਤਾਂ ਇਹਨੂੰ ਰੈਮਡੀਜ਼, ਇਹਨੂੰ ਦਵਾਈਆਂ, ਇਹਨੂੰ ਔਸ਼ਧੀਆਂ ਵੀ ਕੁਦਰਤੀ ਹੀ ਦੇਵੋ, ਤਾਂ ਜੋ ਦੋਨੇ ਤਰੀਕੇ ਦੇ ਨਾਲ ਸਰੀਰ ਦਾ ਆਪਣਾ ਡਾਕਟਰ ਇਹਨੂੰ ਜਿੰਦਾ ਰੱਖਣ ਦੇ ਵਿੱਚ ਤੁਹਾਡੀ ਮਦਦ ਕਰ ਸਕੇ। ਠੀਕ ਹੈ। ਕਿੰਨੇ ਦੇਰ ਚ ਰਿਕਵਰ ਹੋ ਜਾਊਗਾ ਜੇ ਆਪਣਾ ਇੱਦਾਂ ਹੋ ਜਾਊਗਾ ਤਾਂ ਅਲਟੀਮੇਟ ਸਰ ਇਹ ਤਾਂ ਰੋਗ ਦੇ ਉੱਤੇ ਡਿਪੈਂਡ ਹੁੰਦਾ। ਜਿਵੇਂ ਆਪਾਂ ਗਠੀਆ ਦੀ ਗੱਲ ਕੀਤੀ ਆ, ਇਹਨਾਂ ਦੀ ਵਜ੍ਹਾ ਨਾਲ ਆਟੋਇਮਿਊਨ ਡਿਸਆਰਡਰ ਹੁੰਦੇ ਨੇ, IBS ਦੀ ਗੱਲ ਕੀਤੀ ਜਿਹਨੂੰ ਸੰਗ੍ਰਹਿਣੀ ਕਹਿ ਦਿੰਦੇ ਆ, ਠੀਕ ਹੈ, ਥਾਇਰਾਇਡ ਦੀ ਗੱਲ ਕੀਤੀ ਹੈ, ਤਾਂ ਉਹ ਤਾਂ ਸਰ ਔਨ ਕੈਮਰਾ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਇੰਟਰੋਡਿਊਸ ਕਰਵਾ ਹੀ ਚੁੱਕੇ ਹੋ ਕਿ ਨੈਚੁਰਲ ਹੈਲਥ ਸਾਇੰਸਿਸ ਨਾਲ ਜੁੜ ਕੇ ਆਪਾਂ ਕਿਸ ਤਰੀਕੇ ਦੇ ਨਾਲ ਇਸ ਲੜਾਈ ਨੂੰ ਜਿੱਤ ਹਾਸਲ ਕਰ ਰਹੇ ਹੈਗੇ ਨੇ ਲੋਕ ਆਪਣੇ ਉਦਮ ਨਾਲ, ਕਿਉਂਕਿ ਉਦਮ ਲੋਕ ਕਰ ਰਹੇ ਨੇ। ਅਸੀਂ ਰੈਮਡੀਜ਼ ਦੇ ਰਹੇ ਹਾਂ, ਲੇਕਿਨ ਜੋ ਖਾ ਰਹੇ ਨੇ ਉਹ ਹਿੰਮਤ ਕਰ ਰਹੇ ਨੇ ਤਾਂ ਹੀ ਉਹ ਉਸ ਰਿਜ਼ਲਟ ਤੱਕ ਪਹੁੰਚ ਰਹੇ ਨੇ। ਜੇ ਉਹ ਖਾਣ ਲਈ ਤਿਆਰ ਹੀ ਨਾ ਹੁੰਦੇ ਤੇ ਆਪਣੇ ਕੋਲ ਜਿੰਨੀਆਂ ਮਰਜ਼ੀ ਸਿੱਧੀ ਹੁੰਦੀਆਂ, ਜਿੰਨੀਆਂ ਮਰਜ਼ੀ ਅੱਛੀ ਰੈਮਡੀਜ਼ ਹੁੰਦੀਆਂ, ਉਹਨਾਂ ਤੱਕ ਨਹੀਂ ਪਹੁੰਚਣੀਆਂ ਸੀ ਤੇ ਉਹ ਚੀਜ਼ ਨਹੀਂ ਹੋਣੀ ਸੀ। ਅੱਜ ਹਜ਼ਾਰਾਂ ਲੋਕਾਂ ਨੇ ਆਪਣੇ ਜੀਵਨ ਨੂੰ ਸੁਧਾਰਿਆ, ਉਸ ਕੈਮੀਕਲ ਵਾਲੀਆਂ ਦਵਾਈਆਂ ਨੂੰ ਛੱਡਿਆ ਔਰ ਕੁਦਰਤ ਨੇ ਜੋ ਦਿੱਤਾ ਹੈ ਉਹ ਆਪਣੇ ਸਰੀਰ ਤੱਕ ਬਚਾਇਆ। ਮੈਂ ਉਹਨਾਂ ਨੂੰ ਵੀ ਵਧਾਈ ਦੇ ਪਾਤਰ ਔਰ ਥੈਂਕਸ ਬੋਲੂੰਗਾ ਜਿਨ੍ਹਾਂ ਨੇ ਕੁਦਰਤੀ ਸਾਇੰਸ ਨੂੰ ਅਸੈਪਟ ਕੀਤਾ ਔਰ ਆਪਣੇ ਘਰਾਂ ਤੱਕ ਲੈ ਕੇ ਗਏ ਨੇ। ਔਰ ਇਸੇ ਕਰਕੇ ਆਪਣੀ ਸੰਸਥਾ ਇਹ ਉਦਮ ਕਰ ਰਹੀ ਕਿ ਅਸੀਂ ਨਾਲ ਨਾਲ ਪੜ੍ਹਾਉਣਾ ਵੀ ਆ ਔਰ ਆਪਾਂ ਹਰ ਮਹੀਨੇ ਕਲਾਸਾਂ ਲਗਾ ਰਹੇ ਹਾਂ ਤਾਂ ਜੋ ਪੜ੍ਹਿਆ ਜਾਵੇ। ਔਰ ਮੇਰਾ ਸੁਪਨਾ ਹੈ ਕਿ ਇੱਕ ਦਿਨ ਉਹ ਆਵੇ ਜਿੱਦਣ ਜਿੰਨੇ ਵੀ ਲੋਕ ਪੜ੍ਹ ਰਹੇ ਨੇ, ਜਿੰਨੇ ਵੀ ਲੋਕ ਸੁਣ ਰਹੇ ਨੇ, ਇੱਕ ਦਿਨ ਉਹ ਆਵੇ ਕਿ ਅਸੀਂ ਸਾਰੇ ਇੱਕੋ ਆਵਾਜ਼ 'ਚ ਕਹਿ ਸਕੀਏ ਕਿ ਅੱਜ ਸਾਨੂੰ ਕਿਸੇ ਡਾਕਟਰ ਦੀ ਔਰ ਹਸਪਤਾਲ ਦੀ ਲੋੜ ਨਹੀਂ, ਅੱਜ ਅਸੀਂ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਲੇ ਡਾਕਟਰ ਬਣ ਚੁੱਕੇ ਹੈਗੇ ਹਾਂ। ਬਹੁਤ ਧੰਨਵਾਦ ਜੀ। ਪਰਮਾਤਮਾ ਕਰੇ ਤੁਹਾਡਾ ਸੁਪਨਾ ਪੂਰਾ ਹੋਵੇ ਤੇ ਸਾਡਾ ਦੇਸ਼, ਸਾਡਾ ਵਿਸ਼ਵ ਬ੍ਰਹਮਾਂਡ ਜਿਹੜਾ ਤੰਦਰੁਸਤ ਹੋ ਜਾਵੇ। ਥੈਂਕ ਯੂ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਦਰਸ਼ਕਾਂ ਦਾ ਆਸ਼ੀਰਵਾਦ ਔਰ ਪਿਆਰ ਬਣਾਈ ਰੱਖਣ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਨੂੰ GMO ਯਾਨੀ ਜੈਨੇਟਿਕਲੀ ਮੋਡੀਫਾਈਡ ਆਰਗੈਨਿਜ਼ਮ ਦੇ ਸੰਬੰਧ ਵਿੱਚ ਵਡਮੁੱਲੀ ਜਾਣਕਾਰੀ ਦਿੱਤੀ ਹੈ ਤੇ ਨਾਲ ਨਾਲ ਸਾਨੂੰ ਇਹ ਦੱਸਿਆ ਕਿ GMO ਦੀ ਉਪਜ ਕਿੱਥੋਂ ਹੋਈ, ਕਿੱਥੋਂ ਇਹਦਾ ਦਿਮਾਗ, ਕਿਹੜੇ ਦਿਮਾਗਾਂ ਨੇ ਇਸ ਦੀ ਕਾਢ ਕੱਢੀ, ਕੌਣ ਲੋਕ ਨੇ ਜਿਹੜੇ ਉਹਨਾਂ ਜਿਹੜੇ ਲੋਕਾਂ ਨੇ ਇਸ ਨੂੰ ਬਣਾਇਆ ਜਾਂ ਜਿਹੜੇ ਲੋਕ ਇਸ ਨੂੰ ਬਣਾ ਰਹੇ ਨੇ, ਉਹਨਾਂ ਦੀ ਪਿੱਛੇ ਦੀ ਹਿਸਟਰੀ ਕੀ ਹੈ, GMO ਕਿਹੜੇ ਪ੍ਰੋਡਕਟ ਜਿਹੜੇ ਨੇ GMO ਮਾਰਕੀਟ ਦੇ ਵਿੱਚ ਵਿਕ ਰਹੇ ਨੇ, GMO ਖਾਣ ਦੇ ਨਾਲ ਸਾਡੀ ਬਾਡੀ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪੈ ਰਿਹਾ, ਜਿਨ੍ਹਾਂ GMO ਪ੍ਰੋਡਕਟਸ ਦਾ ਜਿਨ੍ਹਾਂ ਪ੍ਰਾਣੀਆਂ ਦੇ ਉੱਤੇ ਉਹਦਾ ਤਜਰਬਾ ਕੀਤਾ ਗਿਆ ਸੀ, ਉਹਨਾਂ ਦੇ ਉੱਤੇ ਇਹਦਾ ਕੀ ਅਸਰ ਪਿਆ ਤੇ ਅੱਗੇ ਜਿਹੜੇ ਹੁਣ ਅਸੀਂ ਲੋਕ ਖਾ ਰਹੇ ਹਾਂ ਉਹਦਾ ਅਸਰ ਕੀ ਪੈ ਰਿਹਾ। ਸਾਰੇ ਲੋਕ ਜਿਹੜੇ GMO ਨੂੰ ਇਸਤੇਮਾਲ ਕਰ ਰਹੇ ਨੇ ਉਹਨਾਂ ਨੂੰ ਕਿੰਨੀ ਕੁ ਦੇਰ ਜਿਹੜਾ ਉਹ ਇਸ ਸਰਕਾਰਾਂ ਵੱਲ ਵੇਖਣਾ ਪਏਗਾ, ਕਿਉਂ ਨਹੀਂ ਅਸੀਂ ਆਪ ਇਸ ਚੀਜ਼ ਦਾ ਉਦਮ ਕਰਕੇ ਤੇ ਇਸ ਚੀਜ਼ ਦਾ ਵਿਰੋਧ ਕਰਦੇ। ਤੇ GMO ਦੀ ਪਛਾਣ ਆਪਾਂ ਕਿਵੇਂ ਕਰਨੀ ਹੈ, ਜਿਹੜੇ ਪ੍ਰੋਡਕਟ ਸਾਡੇ ਨਹੀਂ ਪਤਾ ਲੱਗ ਰਹੇ ਸਾਨੂੰ ਤੇ ਉਹ ਕਿੱਥੋਂ ਅਸੀਂ ਪਤਾ ਲਗਾ ਸਕਦੇ ਹਾਂ, ਕਿਸ ਤਰੀਕੇ ਨਾਲ ਅਸੀਂ GMO ਤੋਂ ਬਚ ਸਕਦੇ ਹਾਂ। ਤੇ ਜੇਕਰ ਕੋਈ GMO ਪ੍ਰੋਡਕਟ ਲੈ ਰਿਹਾ ਤੇ ਅਣਜਾਣਵਸ਼ ਉਹ ਚੀਜ਼ ਨੂੰ ਲੈ ਚੁੱਕਿਆ ਤੇ ਉਸ ਦਾ ਇਲਾਜ ਅਸੀਂ ਕਿਵੇਂ ਕਰਨਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਆਪਣਾ ਕਮੈਂਟ ਕਰਕੇ ਨਾਲ ਲਿਖ ਕੇ ਭੇਜੋ ਵੀ ਇਹ ਵੀਡੀਓ ਜ਼ਰੂਰ ਦੇਖਿਓ, ਤਾਂ ਕਿ ਲੋਕ ਜਿਹੜੇ ਇਸ ਚੀਜ਼ ਤੋਂ ਅਣਜਾਣ ਨੇ ਉਹਨਾਂ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਈ ਜਾਵੇ ਤੇ ਤਾਂ ਕਿ ਅਸੀਂ ਲੱਖਾਂ ਕਰੋੜਾਂ ਜ਼ਿੰਦਗੀਆਂ GMO ਪ੍ਰੋਡਕਟਸ ਦੇ ਜਿਹੜੀਆਂ ਭੇਟ ਚੜ੍ਹ ਕੇ ਉਹ ਖਰਾਬ ਹੋ ਰਹੀਆਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਸ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਸਾਨੂੰ ਦੱਸਣਾ ਨਾ ਭੁੱਲਿਓ ਕਿ ਇਸ ਵੀਡੀਓ ਦੇ ਸੰਬੰਧ ਵਿੱਚ ਤੁਹਾਡੇ ਵਿਚਾਰ ਕੀ ਨੇ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।